ਕਰਦਾ ਕਿ ਜਦੋਂ ਮੈਂ ਅੰਮ੍ਰਿਤ ਛਕ ਕੇ 1 ਮਹੀਨੇ ਬਾਅਦ ਘਰ ਗਿਆ ਤੇ ਮੇਰੇ ਘਰ ਦੇ ਨਾਲ ਮੇਰੀ ਭੂਆ ਜੀ ਰਹਿੰਦੇ ਸੀ। ਉਹ ਕੁਦਰਤੀ ਬਾਹਰ ਸੀਗੇ, ਉਹਨਾਂ ਨੇ ਮੈਨੂੰ ਛੋਟੀ ਥੋੜੀ ਦਾੜੀ ਸੀਗੀ ਤੇ ਮੈਂ ਇਹਨੂੰ ਵੇਖਿਆ ਤੇ ਮੈਨੂੰ ਕਹਿੰਦੇ ਤੈਨੂੰ ਕੀ ਹੋ ਗਿਆ। ਮੈਂ ਇਹਨਾਂ ਨੂੰ ਫਤਿਹ ਬੁਲਾਈ। ਉਹ ਰਾਧਾ ਸਵਾਮੀ ਸੀਗੇ ਤੇ ਉਹਨਾਂ ਦੇ ਵੈਸੇ ਹੀ ਜਿਹੜਾ ਪਾਰਾ ਸੀਗਾ ਥੋੜਾ ਜਿਹਾ ਹਾਈ ਹੋ ਗਿਆ ਤੇ ਕਹਿੰਦੇ ਇਹ ਕੀ ਗੱਲ ਹੋਈ। ਤੇ ਮੈਂ ਕਿਹਾ ਮੈਂ ਆ ਕੇ ਗੱਲ ਕਰੂੰਗਾ ਆਪ ਜੀ ਨਾਲ, ਤੇ ਪਹਿਲਾਂ ਮੈਂ ਘਰ ਹੋ ਆਵਾਂ। ਤੇ ਬਸ ਉਹਨਾਂ ਜਾ ਕੇ ਉਹਨਾਂ ਨੇ ਘਰ ਸ਼ੁਰੂ ਕਰਤੀ ਆਪਣੀ ਗੱਲ। ਤੇ ਮੈਂ ਘਰ ਪਹੁੰਚਦੇ ਸਾਰੀ ਮੇਰੀ ਮੰਮੀ ਵਿਹੜੇ 'ਚ ਬੈਠੇ ਸੀਗੇ, ਬਰਾਮਦਾ ਜਿਹਨੂੰ ਬੋਲਦੇ ਆ, ਤੇ ਪਾਪਾ ਅੰਦਰ ਸੀ, ਬ੍ਰਦਰ ਮੇਰਾ ਬਾਹਰ ਸੀਗਾ। ਹਜੇ ਮੈਂ ਬੈਗ ਹੀ ਰੱਖਿਆ ਸੀ ਵਾਹਿਗੁਰੂ। ਤੇ ਇਹ ਸੀਨ ਉਦੋਂ ਬਾਅਦ ਜਦੋਂ ਮੈਂ ਅੰਮ੍ਰਿਤ ਛਕ ਕੇ ਪਹਿਲੀ ਵਾਰੀ ਘਰ ਗਿਆ ਤੇ ਜਦੋਂ ਮੈਂ ਘਰ ਪਹੁੰਚਿਆ ਤੇ ਘਰ ਵਿੱਚ ਮੇਰੇ ਏਦਾਂ ਮਾਤਮ ਛਾਇਆ ਜਿੱਦਾਂ ਕਿਸੇ ਦੀ ਮੌਤ ਹੋ ਗਈ ਹੁੰਦੀ ਆ। ਮੰਮੀ ਰੋਣ ਲੱਗ ਗਈ, ਭਰਾ ਮਤਲਬ ਕਿ ਬੋਲਣ ਲੱਗ ਗਿਆ। ਪਾਪਾ ਮੇਰੇ ਬੜੇ ਸਹਿਜ ਵਿੱਚ ਹੈਗੇ, ਉਹ ਤੇ ਬੜੀ ਬਖਸ਼ਿਸ਼ ਹੈ ਪਰਮਾਤਮਾ ਦੀ, ਉਹ ਬੜੇ ਡਿਫਰੈਂਟ ਹੈਗੇ ਸਾਰਿਆਂ ਨਾਲੋਂ। ਤੇ ਉਹ ਕਹਿੰਦੇ ਕੀ ਕੀਤਾ ਗੁਰੂ, ਮਤਲਬ ਕਿ ਮੈਨੂੰ ਬੋਲਦੇ ਅੰਕੁਰ। ਤੇ ਮੈਂ ਕਿਹਾ ਮੰਮੀ ਗੱਲ ਬਿਠਾ ਕੇ ਸਮਝਾਉਂਦਾ ਤੁਹਾਨੂੰ ਸਾਰੀ। ਕਹਿੰਦੇ ਤੈਨੂੰ ਮਨਾ ਕੀਤਾ ਸੀ ਨਾ ਤੇ ਤੂੰ ਗੱਲ ਵੀ ਨਹੀਂ ਕੀਤੀ ਕਈ ਦਿਨਾਂ ਦੀ ਮੇਰੇ ਨਾਲ। ਮੈਂ ਕਿਹਾ ਮੈਂ ਆ ਤਾਂ ਗਿਆ ਤੁਹਾਡੇ ਕੋਲ। ਤੇ ਭਰਾ ਮੇਰਾ ਤੇ ਮੰਮੀ ਦੇ ਭਰਾ ਇੱਕ ਪਾਰਟੀ 'ਚ ਹੋ ਗਏ। ਪਾਪਾ ਥੋੜੇ ਸ਼ਾਂਤ ਸੁਭਾਅ ਸੀਗੇ ਤੇ ਉਹਨਾਂ ਨੇ ਕੁਛ ਜ਼ਿਆਦਾ ਮੈਨੂੰ ਬੋਲਿਆ ਨਹੀਂ, ਕਹਿੰਦੇ ਸ਼ਾਇਦ ਮੈਨੂੰ ਬਾਅਦ 'ਚ ਸਮਝਾਊਂਗਾ। ਤੇ ਉਹ ਏਦਾਂ ਮਾਤਮ ਚੀਕਣ ਲੱਗ ਗਏ ਮੇਰੇ ਅੱਗੇ ਕਿ ਬਸ ਮੈਂ ਪਤਾ ਨਹੀਂ, ਜਿੱਦਾਂ ਨਾ ਕੀ ਦੱਸਾਂ ਤੁਹਾਨੂੰ ਇੱਕ ਗੁਰਬਾਣੀ 'ਚ ਸ਼ਬਦ, ਹਉਮੈ ਨਾਵੇ ਨਾਲ ਵਿਰੋਧ ਹੈ ਦੋਨਾਂ ਵਸਿਕ ਥਾਏ। ਇੱਕ ਇਹ ਏਦਾਂ ਟਕਰਾਅ ਹੋਇਆ ਦੋਨਾਂ ਚੀਜ਼ਾਂ ਦਾ ਤੇ ਮੈਂ ਉਸ ਸੀਨ ਨੂੰ ਸਾਫ਼ ਮਹਿਸੂਸ ਕਰ ਸਕਦਾ ਸੀਗਾ ਕਿ ਇਸ ਘਰ ਦੇ ਵਿੱਚ ਕਿੰਨੀ ਮਾਇਆ ਵਰਤ ਰਹੀ ਆ। ਇੰਨਾ ਟਿਕਣ ਨਹੀਂ ਦੇਣਾ ਮੈਨੂੰ ਇੱਥੇ। ਸਮਝ ਰਹੇ ਵਾਹਿਗੁਰੂ ਇਸ ਗੱਲ ਨੂੰ? ਮੈਂ ਆਪ ਜੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਇਸ ਤਰੀਕੇ ਨਾਲ ਕਿ ਉਸ ਚੀਜ਼ ਨਾਲ ਕਿ ਇੱਥੇ ਅੱਜ ਹੋਣਾ ਕੀ ਆ। ਇੱਥੇ ਹੁਣ 2 ਚੀਜ਼ਾਂ ਹੋ ਗਈਆਂ। ਇੱਕ ਬਿਲਕੁਲ ਅਪੋਜ਼ਿਟ ਪਾਰਟੀ, ਮੇਰੇ ਸ਼ਹਿਰ ਦੇ ਵਿੱਚ ਸਾਡੀ ਫੈਮਿਲੀ ਨੂੰ 80% ਲੋਕੀ ਪੰਡਿਤ ਜੀ ਕਹਿ ਕੇ ਬੁਲਾਉਂਦੇ ਆ। ਮੈਂ ਗੱਲ ਆਪ ਜੀ ਨੇ ਪਹਿਲਾਂ ਸ਼ਾਇਦ ਸ਼ੇਅਰ ਕੀਤੀ ਹੋਈ ਆ। ਤੇ ਉਹ ਇੱਕ ਹੁਣ ਉਧਰ ਵਿੱਚ ਮੈਨੂੰ ਸਾਫ਼ ਚੀਜ਼ ਸੁਣਾਈ ਦੇਖੋ ਨਾ, ਨਜ਼ਰੀਆ ਦੇਖਣਾ ਹੁਣ ਤੁਸੀਂ ਕਿ ਮੈਨੂੰ ਕੀ ਦਿਖਾਈ ਦੇ ਰਿਹਾ ਸੀ ਉਸ ਟਾਈਮ। ਮੈਨੂੰ ਇਹ ਦਿਖਾਈ ਦੇ ਰਿਹਾ ਸੀ ਮੇਰੇ ਭਰਾ ਦੇ ਵਿੱਚ ਲੋਕਚਾਰੀ ਦੀ ਕਿੰਨੀ ਫਿਕਰ ਹੈਗੀ ਹੈ ਕਿ ਹਾਏ ਮੇਰੇ ਭਰਾ ਨੇ ਸਰਦਾਰ ਬਣ ਗਿਆ, ਮੇਰੇ ਦੋਸਤਾਂ ਨੇ ਕੀ ਕਹਿਣਾ, ਮੇਰੇ ਲੋਕਾਂ ਦੇ ਸਾਹਮਣੇ ਕੀ ਹੋਊਗਾ। ਮੇਰੀ ਮਾਂ ਦੇ ਉੱਪਰ ਇਹੋ ਜਿਹੇ ਵਿਚਾਰ ਚੱਲਦੇ ਦਿਖਾਈ ਦੇ ਰਹੇ ਸੀ ਮੈਨੂੰ। ਉਹਨੇ ਕਹਿੰਦੇ ਮੇਰੀ ਰਿਸ਼ਤੇਦਾਰੀ ਕਿੱਥੇ ਗਈ, ਮੇਰੇ ਰਿਸ਼ਤੇਦਾਰ ਕੀ ਕਹਿਣਗੇ। ਮੇਰਾ ਭਰਾ ਫਿਰ ਉਸ ਤੋਂ ਬਾਅਦ ਇੱਕ ਵਿਚਾਰ ਉਹਦੇ ਮਨ 'ਚ ਹੈ, ਤੇਰਾ ਕੀ ਬਣੂਗਾ, ਤੇਰਾ ਕੁਛ ਨਹੀਂ ਬਣਨਾ, ਤੇਰੇ ਕੋਈ ਡਾਕੂਮੈਂਟ ਨਹੀਂ ਬਣਨੇ, ਤੂੰ ਗਿਆ ਹੁਣ, ਤੂੰ ਸਾਰੇ में ਧੱਕੇ ਹੀ ਖਾਏਗਾ। ਮੈਨੂੰ ਸਾਰਾ ਕੁਝ ਇੰਨਾ ਕਲੀਅਰ ਕੱਟ ਫੀਲ ਹੋ ਰਿਹਾ ਸੀ, ਕ੍ਰਿਸਟਲ ਕਲੀਅਰ ਫੀਲ ਹੋ ਰਿਹਾ ਸੀ। ਜੋ ਸੋਚਦੇ ਪਏ ਸੀ ਤੇ ਜੋ ਬੋਲਦੇ ਪਏ ਸੀ ਦੋਨੋਂ ਵੱਖਰੇ 2 ਚੀਜ਼ਾਂ ਹੁੰਦੀਆਂ ਵਾਹਿਗੁਰੂ। ਇੱਕ ਜੋ ਬੰਦਾ ਬੋਲ ਰਿਹਾ ਹੁੰਦਾ, ਬੰਦਾ ਸਿਰਫ ਉਹੀ ਸੁਣਾਈ ਦੇ ਰਿਹਾ ਹੁੰਦਾ ਉਹਨੂੰ, ਪਰ ਮੈਨੂੰ ਗੁਰੂ ਪਾਤਸ਼ਾਹ ਜੀ ਨੇ ਉੱਥੇ 2 ਚੀਜ਼ਾਂ ਸੁਣਾਈ ਦੇ ਰਹੀ ਸੀ। ਇੱਕ ਜੋ ਸੋਚਦੇ ਪਏ ਸੀਗੇ ਉਹ ਵੀ ਤੱਕ ਮੇਰੇ ਅੰਦਰ ਜਾ ਰਿਹਾ ਸੀਗਾ, ਮੈਨੂੰ ਉਸ ਵਾਈਬ੍ਰੇਸ਼ਨ ਫੀਲ ਹੋ ਰਹੀ ਸੀ ਉਹ ਕਿੱਥੋਂ ਤੱਕ ਸੋਚ ਰਿਹਾ। ਮੈਂ ਇਹ ਹੱਸ ਰਿਹਾ ਸੋਚ ਕੇ ਅੰਦਰ ਕਿ ਇਹਨਾਂ ਨੇ ਇੰਨਾ ਲੰਬਾ ਸੋਚ ਲਿਆ, ਸ਼ਾਇਦ ਉਦੋਂ ਤੱਕ ਮੈਂ ਰਹਿਣਾ ਵੀ ਨਹੀਂ। ਪਤਾ ਨਹੀਂ ਕੀ ਸਮਾਂ ਬਖਸ਼ਿਆ ਕਿ ਨਹੀਂ ਬਖਸ਼ਿਆ, ਪਰ ਇਹਨਾਂ ਨੇ ਮੇਰੇ ਵਿਆਹ ਤੱਕ ਦੀ ਗੱਲਾਂ ਸੋਚ ਲਈਆਂ। ਫਿਰ ਮੈਂ ਚੁੱਪ ਰਿਹਾ। ਮੈਂ ਚਾਹੁੰਦਾ ਸੀ ਉਸ ਟਾਈਮ ਜਿਹੜੀ ਉਹ ਸੋਚਦੇ ਪਏ ਸੀ ਗੱਲਾਂ ਦਾ ਜਵਾਬ ਦੇ ਸਕਦਾ, ਪਰ ਉਹ ਬੋਲ ਕੁਛ ਹੋ ਰਹੇ ਸੀ, ਸੋਚ ਕੁਛ ਹੋ ਰਹੇ ਸੀਗੇ। ਤੇਰਾ ਵਿਆਹ ਨਹੀਂ, ਫਿਰ ਪਈ ਸੀ ਨਾ ਉਹ ਇੱਕ ਕਰਕੇ ਰਹੀ ਉਹਨਾਂ ਦੀਆਂ ਜਿਹੜੀ ਮੈਨੂੰ ਪਹਿਲੇ ਗੁਰੂ ਸਾਹਮਣੇ ਦਿਖਾਤੀਆਂ। ਕਹਿੰਦੇ ਤੇਰਾ ਵਿਆਹ ਨਹੀਂ ਹੋਣਾ, ਤੈਨੂੰ ਕਿਤੇ ਜੋਬ ਨਹੀਂ ਮਿਲਣੀ, ਸੋਚ ਤੇਰਾ ਨਾਮ ਅੰਕੁਸ਼ ਸ਼ਰਮਾ, ਜਦੋਂ ਤੂੰ ਡਾਕੂਮੈਂਟ ਤੇ ਜਾਏਗਾ ਤੇਰਾ ਨਾਮ ਮਤਲਬ ਤੂੰ ਸਰਦਾਰ ਹੋਏਗਾ, ਤੈਨੂੰ ਤਾਂ ਵੈਸੇ ਹੀ ਲੋਕਾਂ ਨੇ ਗਲਤ ਸਮਝ ਲੈਣਾ, ਤੈਨੂੰ ਕਿਸੇ ਨੇ ਹੋਟਲ ਸਮਝ ਲੈਣਾ, ਤੈਨੂੰ ਕਿਸੇ ਨੇ ਉਹ ਸਮਝ ਲੈਣਾ। ਕਿਉਂਕਿ ਸਾਡੇ ਪੇਰੈਂਟਸ ਭੱਜੇ ਹੀ ਉਦੋਂ ਸੀ ਜਦੋਂ ਅਸੀਂ 1984 ਦੇ ਬਾਅਦ ਪੇਰੈਂਟਸ ਮੇਰੇ ਦਾਦੂ ਥੋੜੇ ਜਿਹੇ ਉਹ ਸੀਗੇ ਫੌਜ ਵੀ, ਉਹਨਾਂ ਨੂੰ ਉਦੋਂ ਭਜਾ ਦਿੱਤਾ ਜਿੱਥੋਂ ਕਿ ਤੁਸੀਂ ਇੱਥੇ ਚੱਲ ਜਾਓ, ਮਾਹੌਲ ਠੀਕ ਨਹੀਂ ਹੈਗਾ। ਉਹ ਡਰ ਅਜੇ ਤੱਕ ਬੈਠਾ ਸੀਗਾ, ਤੈਨੂੰ ਸਭ ਨੇ ਟਾਰਗੇਟ ਸਮਝਣਾ, ਤੈਨੂੰ ਉਹ ਮਤਲਬ ਕਿ ਉਹ ਤੱਕ ਸੋਚ ਲਿਆ ਉਹਨਾਂ ਨੇ, ਜਿਹਨੂੰ ਸੋਚ ਕੇ ਹੱਸੀ ਆਉਂਦੀ ਹੈ। ਮੈਂ ਹਜੇ ਜ਼ਮੀਨ ਤੇ ਬੈਠਾ ਵਾਂ, ਲੋਕੀ ਕਹਿੰਦੇ ਤੂੰ ਤਾਂ ਚੰਦ ਤੇ ਚੜ ਗਿਆ, ਉਹ ਵਾਲੀ ਗੱਲਾਂ ਹੋ ਗਈਆਂ ਸੀ ਉੱਥੇ। ਪਰ ਕਲੇਸ਼ ਬੇਅੰਤ, ਮਤਲਬ ਕਿ 3 ਘਰ ਦੇ ਲੋਕੀ ਬਾਹਰ ਆ ਕੇ ਖੜੇ ਹੋ ਗਏ ਸੀਗੇ। ਮੈਂ ਜਦੋਂ ਹਜੇ ਮੈਨੂੰ ਅੰਦਰ, ਤੁਸੀਂ ਯਕੀਨ ਕਰਿਓ, ਮੈਂ ਹਜੇ ਬੈਗ ਪੈਰਾਂ ਤੇ, ਜਿੱਦਾਂ ਅਸੀਂ ਬੈਗ ਚੱਕ ਕੇ ਲੈ ਕੇ ਆਉਂਦੇ ਆ, ਜਿੱਥੇ ਸਾਨੂੰ ਸਾਹ ਲੈਣਾ ਹੁੰਦਾ ਅਸੀਂ ਬੈਗ ਰੱਖਦੇ ਨਾ ਥੱਲੇ, ਓਦਾਂ ਬੈਗ ਰੱਖਿਆ ਹੋਇਆ ਸੀ ਬਸ ਮੈਂ। ਤੇ ਇੱਕ ਮਿੰਟ ਪਤਾ ਇਹ ਰਿਕਾਰਡਿੰਗ ਅਲੱਗ-ਅਲੱਗ ਸੇਵ ਹੋਣੀ ਆ, ਤੇ ਮੈਂ ਸੰਗਤ ਦੇ ਧਿਆਨ 'ਚ ਪਾ ਕਿ ਇਹ ਭਾਈ ਸਾਹਿਬ ਹਿੰਦੂ ਫੈਮਿਲੀ 'ਚ ਆਏ, ਜਦੋਂ ਉਹਨਾਂ ਨੇ ਅੰਮ੍ਰਿਤ ਛਕਿਆ ਆ ਕੇ, ਉਸ ਤੋਂ ਬਾਅਦ ਜਿਹੜੀ ਪ੍ਰੋਬਲਮ ਆਉਂਦੇ ਸਾਰੇ ਘਰ ਆਉਂਦੇ ਆਈ ਆ, ਉਹਦੇ ਬਾਰੇ ਬਿਆਨ ਕਰ ਰਿਹਾ। ਚਲੋ ਹੁਣ ਅੱਗੇ ਵਾਹਿਗੁਰੂ। ਤੇ ਮੇਰੀ ਮੰਮੀ ਰੋਣ ਲੱਗ ਗਏ, ਮੇਰਾ ਭਰਾ
ਮਤਲਬ ਕਿ ਹੱਥ ਉਹਨੇ ਬੜੀ ਜ਼ੋਰ ਦੀ ਦੀਵਾਰ 'ਚ ਮਾਰਿਆ ਆਪਣਾ, ਪਾਪਾ ਭਰਾ ਨੂੰ ਰੋਕਣ, ਤੇ ਮੈਂ ਖੜਾ, ਮੈਂ ਕਿਸੇ ਨੂੰ ਨਹੀਂ ਰੋਕਿਆ ਕਿ ਭਾਈ ਤੂੰ ਹੱਥ ਨਾ ਤੋੜ, ਤੂੰ ਰੋ ਨਾ। ਹੁਣ ਮੈਂ ਕੀ ਸਮਝਾਉਂਦਾ ਉੱਥੇ ਉਹਨਾਂ ਨੂੰ ਕਿ ਇਹ ਖੇਡ ਕੀ ਹੈਗੀ ਹੈ। ਮੈਂ ਨਾ ਸਮਾਂ ਵੇਖਦੇ ਸਾਰੀ ਥੋੜਾ ਮੈਂ ਕਿਹਾ ਠੀਕ ਆ, ਨਹੀਂ ਜਦੋਂ ਨਹੀਂ ਸਮਝ ਰਿਹਾ ਸੀਗਾ, ਮੈਨੂੰ ਲੱਗਦਾ ਕਿ ਜਿੱਥੇ 3 ਪਰਿਵਾਰ ਇਕੱਠੇ ਗਲੀ ਤੇ ਉੱਥੇ ਸਾਰੀ ਗਲੀ ਇਕੱਠੀ ਹੋ ਜਾਣੀ ਆ, ਤੇ ਸ਼ਾਇਦ ਮੈਨੂੰ ਮੇਰੇ ਧਿਆਨ 'ਚ ਆ ਕਿ ਚੱਲ ਤੇਰੀ ਪਿਓ ਨੇ, ਮੈਨੂੰ ਉਹੀ ਗੱਲ ਫਿਰ ਅੰਮ੍ਰਿਤ ਸੰਚਾਰ ਵਾਲੀ ਗੱਲ ਯਾਦ ਆ ਰਹੀ ਸੀ, ਆ ਤਾਂ ਤੇਰਾ ਪਿਓ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ। ਮੈਂ ਕਿਹਾ ਲੈ ਪਿਤਾ ਜੀ ਤੁਸੀਂ ਕਮਾਲ ਹੀ ਕਰਤੀ, ਮਿੰਟ 'ਚ ਦੁਨਿਆਵੀ ਨੂੰ ਮਾਰ ਕੇ ਬਾਹਰ ਮਾਰਿਆ। ਤੇ ਇਹ ਗੱਲ ਮੈਂ ਸੋਚ ਕੇ ਉਹ ਰੋ ਹੋਰ ਇਸ ਕਰਕੇ ਰਹੀ ਸੀ ਕਿਉਂਕਿ ਮੈਂ ਅੰਦਰ ਅੰਦਰ ਮੇਰੇ ਚਿਹਰੇ ਤੇ ਜਗ੍ਹਾ ਵੀ ਉਹ ਨਹੀਂ ਸੀਗਾ, ਪਛਤਾਵਾ ਜਰਾ ਜੇ ਵੀ ਮੇਰੇ ਚਿਹਰੇ, ਮੈਂ ਬੜੇ ਆਰਾਮ ਨਾਲ ਉਹਨਾਂ ਨੂੰ ਏਦਾਂ ਵੇਖਦਾ ਪਿਆ ਜਿੱਦਾਂ ਪਤਾ ਨਹੀਂ ਕਿੰਨਾ ਸ਼ਾਨਦਾਰ ਸੀਨ ਚੱਲਦਾ ਹੋਵੇ ਅੰਦਰ ਉਹਨਾਂ ਸਾਹਮਣੇ। ਤੇ ਮੈਂ ਕੁਝ ਬੋਲ ਹੀ ਨਹੀਂ ਰਿਹਾ ਸੀਗਾ। ਉਹ ਹੋਰ ਹੀ ਜਾਨ ਬੋਲਦਾ ਕਿਉਂ ਨਹੀਂ ਆ, ਹੁਣ ਤੂੰ ਇਹ ਕੀ ਹੋ ਗਿਆ, ਤੈਨੂੰ ਕਿਸੇ ਨੇ ਕੁਝ ਕਰ ਦਿੱਤਾ ਨਾ, ਤੇਰਾ ਝਾਂਡਾ ਕਰਵਾਉਂਦੇ ਆ, ਤੇਰਾ ਉਹ ਕਰਾਉਂਦੇ ਆ, ਚੱਲ ਤੈਨੂੰ ਮੈਂ ਲੈ ਕੇ ਚੱਲਦੀ। ਮੈਂ ਹੱਸੀ ਜਾਵਾਂ ਅੰਦਰ ਅੰਦਰ, ਮੈਂ ਕਿਹਾ ਇਹਨਾਂ ਨੂੰ ਕੀ ਕਵਾਂ। ਮੈਂ ਉਹੀ ਸੀ ਨਾ, ਬੜਾ ਕੁਝ ਬੋਲਣ ਦਾ ਮਨ ਕਰ ਰਿਹਾ ਸੀ ਪਰ ਮੈਂ ਸੁਣਨਾ ਚਾਹੁੰਦਾ ਸੀਗਾ ਕਿ ਉਹਨਾਂ ਦੇ ਕਿੱਥੋਂ ਤੱਕ ਸੋਚ ਜਾ ਰਹੀ ਹੈ ਇਸ ਚੀਜ਼ ਨੂੰ ਲੈ ਕੇ। ਮੈਂ ਸੁਣਿਆ ਤੇ ਲਗਾਤਾਰ 1.5 ਘੰਟੇ ਤੱਕ ਇੱਕ ਜਗ੍ਹਾ ਤੇ ਖੜੇ ਹੋ ਕੇ ਸੁਣਿਆ ਉਹਨਾਂ ਨੂੰ। ਤੇ ਬਾਅਦ ਚੋਂ ਮੈਨੂੰ ਜਦੋਂ ਲੱਗਿਆ ਕਿ ਹਾਂ ਹੁਣ ਮੈਨੂੰ ਬੋਲਣਾ ਚਾਹੀਦਾ, ਤੇ ਮੈਂ ਕਿਹਾ ਠੀਕ ਹੈ ਜੀ, ਮੈਂ ਤੁਸੀਂ ਜੋ ਮੈਨੂੰ ਇੰਨਾ ਮਾਣ ਸਤਿਕਾਰ ਬਖਸ਼ਿਆ, ਤੇ ਮੈਂ ਇਹ ਮੇਰੇ ਵਾਸਤੇ ਹੋਰ ਮੈਨੂੰ ਗੁਰੂ ਸਾਹਿਬ ਦੇ ਨੇੜੇ ਲੈ ਕੇ ਜਾਊਗਾ, ਦੂਰ ਨਹੀਂ ਲੈ ਕੇ ਜਾਊਗਾ। ਇਹ ਮੈਂ ਤੁਹਾਨੂੰ ਪਹਿਲਾਂ ਇੱਥੇ ਗੱਲ ਕਰਕੇ ਜਾ ਰਿਹਾ ਕਿ ਮੰਮੀ ਕਹਿੰਦੇ ਤੂੰ ਜਾ ਰਿਹਾ, ਮੈਂ ਕਿਹਾ ਨਹੀਂ ਸੁਣੋ ਮੇਰੀ ਗੱਲ ਪਹਿਲਾਂ, ਹੁਣ ਤੁਹਾਡੀ 1.5 ਘੰਟਾ ਸੁਣੀ, ਹੁਣ ਤੁਹਾਨੂੰ ਵੀ ਥੋੜਾ ਜਿਹਾ ਸੁਣਨਾ ਚਾਹੀਦਾ ਹੈ, ਮਤਲਬ ਕਿ ਦੁਨਿਆਵੀ ਕਰਕੇ ਸੁਣ ਲਓ। ਮੈਂ ਕਿਹਾ ਇਹ ਜੋ ਤੁਸੀਂ ਕੀਤਾ ਨਾ ਅੱਜ, ਤੇ ਮੈਂ ਕਿਹਾ ਅੱਛਾ ਹੋਇਆ ਇਹ ਚੀਜ਼ ਹੋਈ। ਮੈਂ ਕਿਹਾ ਇਹ ਚੀਜ਼ ਮੈਨੂੰ ਹੋਰ ਗੁਰੂ ਸਾਹਿਬ ਦੇ ਨੇੜੇ ਲੈ ਕੇ ਜਾਊਗੀ, ਦੂਰ ਨਹੀਂ ਲੈ ਕੇ ਜਾਊਗੀ। ਇਹ ਨਾ ਸੋਚੋ ਕਿ ਤੁਹਾਡੇ ਰੋਣ ਕਰਕੇ, ਉਹਦੇ ਹੱਥ ਦੀਵਾਰ ਤੇ ਮਾਰਨ ਕਰਕੇ ਜਾਂ ਇਦਾਂ ਕੁਝ ਕਰਕੇ ਮੈਂ ਕਿਤੇ ਸਭ ਕੁਝ ਛੱਡ ਦੂੰਗਾ। ਮੈਂ ਕਿਹਾ ਇਸ ਵਾਸਤੇ ਤੁਹਾਡਾ ਧੰਨਵਾਦ। ਤੇ ਮੈਂ ਕਿਹਾ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ, ਅੱਜ ਤੋਂ ਮੇਰੇ ਮਾਪਿਓ ਦਾ ਨਾਮ ਸੁਣ ਲਓ, ਨਵੇਂ ਮਾਪਿਓ ਦਾ। ਮੈਂ ਕਿਹਾ ਮੇਰੇ ਪਿਓ ਦਾ ਨਾਮ ਗੁਰੂ ਗੋਬਿੰਦ ਸਿੰਘ, ਮਾਤਾ ਦਾ ਨਾਮ ਸਾਹਿਬ ਕੌਰ ਹੈਗਾ, ਤੇ ਮੈਂ ਕਿਹਾ ਕਰਨ ਮੇਰੇ ਵੱਡੇ ਭਰਾ ਦਾ ਨਾਮ। ਮੈਂ ਕਿਹਾ ਮੇਰੇ 4 ਭਰਾ ਹੋਰ ਹੀ, ਤੇ ਮੈਂ ਕਦੀ ਮਿਲਣਾ ਹੋਵੇ ਨਾ ਤੇ ਮੇਰੇ ਕੋਲ ਆ ਜੀ। ਹੁਣ ਮੈਨੂੰ ਨਹੀਂ ਪਤਾ ਸੀ ਇਹ ਗੱਲ ਮੈਂ ਕਿਉਂ ਬੋਲ ਰਿਹਾ, ਕਿਉਂ ਕਹਿ ਰਿਹਾ, ਪਰ ਮੈਂ ਇਹ ਗੱਲ ਕਹਿਦੇ ਸਾਰੀ ਦਰਵਾਜ਼ਾ ਬੈਗ ਚੱਕ ਲਿਆ ਸੀ ਤੇ ਬਾਹਰ ਪੁੱਟਣ ਲੱਗਾ ਸੀਗਾ। ਭਰਾ ਗੁੱਸੇ 'ਚ ਆਇਆ, ਉਹਨੇ ਮੇਰਾ ਬੈਗ ਫੜਿਆ, ਦੂਰ ਸੁੱਟਿਆ ਪਿਆ, ਕਹਿੰਦਾ ਗਲੋਂ ਮਤਲਬ ਪਿੱਛੋਂ ਉਹਨੇ ਗਰਦਨ ਤੋਂ ਫੜ ਕੇ, ਜਿੱਦਾਂ ਅਸੀਂ ਕਿਸੇ ਨੂੰ ਆਪਣੇ ਵੱਲ ਧਕੇਲਦੇ ਆ ਨਾ, ਕਹਿੰਦਾ ਅੰਦਰ ਚੱਲ ਪਹਿਲਾਂ। ਤੇ ਗਲੀ ਵਿੱਚ ਬਾਹਰ ਵੇਖਿਆ, ਫਿਰ ਉਹਨਾਂ ਨੇ ਕਿਹਾ ਤੁਸੀਂ ਕਰੋ ਆਪਣਾ ਜੋ ਕਰ ਰਹੇ, ਇਹ ਸਾਡੇ ਘਰ ਦਾ ਮਸਲਾ ਹੈਗਾ, ਤੁਹਾਨੂੰ ਵਿੱਚ ਇਨਵੋਲਵ ਹੋਣ ਦੀ ਲੋੜ ਨਹੀਂ ਹੈਗੀ। ਕਿਉਂਕਿ ਜਦੋਂ ਇੰਨਾ ਹੋ ਰਿਹਾ ਸੀ, 2-3 ਪਰਿਵਾਰ ਆ ਹੀ ਜਾਂਦੇ ਪੜੋਸੀ ਕਿ ਹਾਂ ਚੱਲ ਕੋਈ ਗੱਲ ਨਹੀਂ ਬੈਠ ਕੇ ਗੱਲ ਕਰ ਲਿਓ। ਤੋ ਉਹ ਗੁੱਸੇ 'ਚ ਇੰਨਾ ਚੰਡਾਲ ਹੋਇਆ ਪਿਆ ਸੀ ਇਸ ਟਾਈਮ ਉਸ ਜਗ੍ਹਾ ਤੇ ਕਿ ਉਹਨੂੰ ਕਿਸੇ ਦੀ ਚੰਗੀ ਗੱਲ ਵੀ ਚੰਗੀ ਨਹੀਂ ਲੱਗਦੀ ਪਈ ਸੀਗੀ। ਤੇ ਇਹ ਗੱਲ ਮੈਨੂੰ ਸਾਫ਼ ਦਿਖਾਈ ਦੇ ਰਹੀ ਸੀ ਕਿ ਇਹ ਕਿੰਨਾ ਪ੍ਰਕੋਪ ਇਸ ਚੀਜ਼ ਦਾ, ਤੇ ਸਾਰਾ ਕੁਝ ਉੱਪਰ ਹੀ ਜਾਈ ਜਾ ਰਿਹਾ, ਚੰਗਾ ਵੀ ਉੱਪਰ ਹੋ ਜਾਈ ਜਾ ਰਿਹਾ। ਤਾਂ ਹੀ ਕਹਿੰਦਾ ਕ੍ਰੋਧ ਦੇ ਵਿੱਚ ਅਗਰ ਕੋਈ ਬੰਦਾ ਕੁਝ ਹੋਵੇ ਤਾਂ ਉਹਨੂੰ ਸੁਣ ਲੈਣਾ ਚਾਹੀਦਾ। ਉਹਨੂੰ ਉਹਦੇ ਸਾਰੇ ਦਰਵਾਜ਼ੇ ਬੰਦ ਹੁੰਦੇ ਉਸ ਟਾਈਮ, ਉਹਨੂੰ ਕੋਈ ਚੰਗਾ ਵੀ ਕਹੋਗੇ ਨਾ ਉਹਦੇ ਦਰਵਾਜ਼ੇ ਬੰਦ ਆ, ਨਹੀਂ ਸੁਣੂਗਾ। ਤੇ ਮੈਨੂੰ ਇਹ ਗੱਲ ਗੁਰੂ ਸਾਹਿਬ ਨੇ ਸਮਝਾ ਦਿੱਤੀ ਸੀ, ਇਹਦੇ ਦਰਵਾਜ਼ੇ ਬੰਦ ਹੈਗੇ ਨੇ, ਉਹ 'ਚ ਬੋਲਣ ਦਾ ਫਾਇਦਾ ਨਹੀਂ। ਫਿਰ ਮੈਂ ਆਪਣੇ ਮੰਮੀ ਨੇ ਕਿਹਾ ਚੱਲ ਆਪਣੇ ਕਮਰੇ 'ਚ ਜਾ, ਤੇ ਮੈਂ ਉੱਥੇ ਬੈਠਾ ਸਮਾਨ ਰੱਖਿਆ, ਤਾਂ ਥੋੜਾ ਜਿਹਾ ਹੁੰਦਾ ਹੀ ਹੈ ਕਿ ਕਿਆ ਕਮਾਲ ਦਾ ਸਵਾਗਤ ਹੋਇਆ ਮੇਰਾ। ਤੇ ਗੁਰੂ ਪਾਤਸ਼ਾਹ ਹੱਸ ਵੀ ਰਿਹਾ ਸੀ, ਤੇ ਮੈਂ ਆਪਣਾ ਬੈਗ ਰੱਖਿਆ ਤੇ ਮੈਂ ਚੌਂਕੜੀ ਮਾਰੀ, ਨਾ ਪਾਣੀ ਪੀਤਾ, ਤੇ ਮੈਂ ਸਿਮਰਨ ਕਰਨਾ ਸ਼ੁਰੂ ਕਰਤਾ। ਮੈਂ ਕਿਹਾ ਪਹਿਲਾਂ ਇਸ ਘਰ ਦੀ ਵਾਈਬ੍ਰੇਸ਼ਨ ਚੇਂਜ ਕਰੀਏ, ਫਿਰ ਕੁਝ ਗੱਲ ਕਰਾਂਗੇ ਇੱਥੇ। ਉਹ ਤਾਂ ਹੁਣ ਮੈਨੂੰ ਪਤਾ ਸੀਗਾ, ਜੋ ਗੁਰਬਾਣੀ ਨੇ ਗੱਲ ਸਮਝਾਈ ਸੀ, ਇਸ ਘਰ 'ਚ ਸਿਮਰਨ ਹੋਣਾ ਜ਼ਰੂਰੀ, ਹੁਣ ਤਾਂ ਹੋਰ ਜ਼ਰੂਰੀ ਹੋ ਗਿਆ। ਤੇ ਮੈਨੂੰ ਪਲਾਨ ਕਰ ਲਿਆ ਕਿ ਮੈਂ ਗੁਰੂ ਪਾਤਸ਼ਾਹ ਜੀ, ਮੈਂ 7 ਦਿਨ ਵਾਸਤੇ ਆਇਆ, ਹੁਣ ਮੈਂ ਇੱਥੇ 15 ਦਿਨ ਰਹੂੰਗਾ, ਸੋ ਦੈਟ ਕਿ ਇੱਥੇ ਹੋਰ ਥੋੜਾ ਜਿਹਾ ਨਾਮ ਜਪ ਸਕੀਏ, ਸੰਗਤ ਕਰ ਸਕੀਏ। ਇਹ ਮੈਂ ਪਲਾਨ ਕਰ ਲਿਆ ਸੀਗਾ। ਮੈਂ ਆਪਣੇ ਅੰਦਰ ਬੈਠਾ ਤੇ ਮੈਂ ਮੰਮੀ ਨੂੰ ਕਿਹਾ, ਮੈਂ ਕਿਹਾ ਮੰਮੀ ਹੁਣ 1.5 ਘੰਟਾ ਤੁਸੀਂ ਮੈਨੂੰ ਬਹੁਤ ਪਿਆਰ ਦਿੱਤਾ, ਹੁਣ 1.5 ਘੰਟਾ ਮੈਨੂੰ ਉਠਾਇਓ ਨਾ, ਬੋਲਿਓ ਨਾ, ਥੋੜੇ ਕਮਰੇ 'ਚ ਨਾ ਆਇਓ, ਮੈਂ ਆਰਾਮ ਕਰਨਾ ਹੈ। ਮੈਂ ਦਰਵਾਜ਼ਾ ਬੰਦ ਕੀਤਾ, ਹਲਕਾ ਜਿਹਾ ਪੱਖਾ ਚਲਾਇਆ, ਤੇ ਮੈਂ ਆਪਣੇ ਸਿਮਰਨ ਵਾਸਤੇ ਬੈਠ ਗਿਆ। ਜਦੋਂ ਮੈਂ 2 ਘੰਟੇ ਲੱਗ ਗਏ ਉਹਨੇ ਮੈਨੂੰ ਗੁਰੂ ਪਾਤਸ਼ਾਹ ਨੇ ਆਪਣੀ ਗੋਦ 'ਚ ਬਿਠਾਇਆ, ਤੇ ਆਪਣਾ ਬਹੁਤ ਕਮਾਲ ਹੋਈ ਉਸ ਦਿਨ। ਤੇ ਕਮਾਲ ਇਹ ਹੋਈ ਕਿ ਮੈਨੂੰ ਪਤਾ ਹੀ ਨਹੀਂ ਸੀ ਮੈਂ ਕਿੱਥੇ ਬੈਠਾ ਹੋਇਆ। ਮੈਨੂੰ ਲੱਗਿਆ ਹੀ ਨਹੀਂ ਕਿ ਮੈਂ ਆਪਣੇ ਘਰ ਤੇ ਬੈਠ, ਮੈਨੂੰ ਆਪਣੀ ਚੌਕੜੀ ਦਾ ਅਹਿਸਾਸ ਨਹੀਂ ਕਿ ਮੈਂ ਚੌਕੜੀ ਕਿੱਦਾਂ ਮਾਰੀ ਹੋਈ ਆ, ਮੈਂ ਕਿਹੜੀ ਜਗ੍ਹਾ। ਮੈਨੂੰ ਇੱਕ ਕੁੱਪ ਜਾਂ ਚਿੱਟਾ ਜਾਂ ਹਨੇਰਾ, ਉਹ ਮਤਲਬ ਕਿ ਇੱਕ ਰੋਸ਼ਨੀ ਉਹ ਸੀਗੀ, ਮਤਲਬ ਕਿ ਕਹਿੰਦੇ ਨਾ ਇੱਕ ਸ਼ੀਸ਼ੇ ਵਾਲੇ ਕਮਰੇ ਵਿੱਚ ਸਾਰੀ ਲਾਈਟਾਂ ਜਲਾ ਦੋ, ਮਤਲਬ ਕਿ ਮੈਨੂੰ ਏਦਾਂ ਲੱਗ ਰਿਹਾ ਸੀ ਮੈਂ ਅੱਖਾਂ ਬੰਦ ਕਰਕੇ ਵੀ ਅੱਖਾਂ ਨਹੀਂ ਖੋਲੀਆਂ ਹੋਈਆਂ, ਮਤਲਬ ਕਿ ਮੇਰੇ ਅੱਗੇ ਜਿੱਦਾਂ ਮੈਂ 2-2.5 ਘੰਟੇ ਬਾਅਦ ਉੱਠਿਆ, ਤੇ ਜਦੋਂ ਮੈਂ ਘਰ ਦਾ ਮਾਹੌਲ ਦੇਖਿਆ ਤੇ ਸਾਰੇ ਸ਼ਾਂਤ ਸੀਗੇ। ਤੇ ਮੰਮੀ ਨੇ ਮੈਨੂੰ ਰੂਹ ਅਫਜ਼ਾ ਲਿਆ ਕੇ ਦਿੱਤਾ, ਤੇ ਮੈਂ ਕਿਹਾ ਮੰਮੀ, ਕਹਿੰਦੇ ਤੂੰ ਕਿਉਂ ਕੀਤਾ? ਫਿਰ ਉਸੇ ਜਗ੍ਹਾ ਤੇ ਮੈਂ ਵਾਹਿਗੁਰੂ ਬੋਲਣਾ, ਮੰਮੀ ਫਿਰ ਚੀਕੇ, ਮੈਂ ਫਿਰ ਵਾਹਿਗੁਰੂ ਬੋਲਣਾ। ਮੰਮੀ ਕਹਿੰਦੇ ਵਾਹਿਗੁਰੂ ਕਰਨਾ ਬੰਦ ਕਰ। ਮੈਂ ਕਿਹਾ ਮੈਂ ਉਦੋਂ ਤੱਕ ਵਾਹਿਗੁਰੂ ਨਹੀਂ ਬੰਦ ਕਰਨਾ ਜਦੋਂ ਤੁਸੀਂ ਤੱਕ ਕਹਿਣਾ ਕਿ ਹਾਂ ਵਾਹਿਗੁਰੂ ਬੋਲ।
ਮੈਨੂੰ ਪਤਾ ਸੀਗਾ ਕਿ ਮੈਂ ਅਗਰ ਫਿਰ ਉਹਨਾਂ ਨੇ ਫਿਰ ਉਸ ਪੀਕ ਤੇ ਲੈ ਜਾਣਾ, ਜਦੋਂ ਕਿਉਂ ਉਸ ਘਰ ਦੇ ਵਿੱਚ ਮਾਇਆ ਨੂੰ ਤੋੜਨ ਵਾਸਤੇ ਐਂਟਰੀ ਹੋ ਚੁੱਕੀ ਸੀ ਗੁਰੂ ਸਾਹਿਬ ਦੀ। ਉੱਥੇ ਉਹਨੂੰ ਮਾਇਆ ਨੇ ਆਪਣੇ ਪੂਰੇ, ਜਿੱਥੇ ਉਹਦਾ ਜ਼ੋਰ ਚੱਲਦਾ ਉਹਨੇ ਉੱਥੇ ਨਾ ਪੂਰਾ ਪ੍ਰਕੋਪ ਦਿਖਾਉਣਾ ਸੀਗਾ, ਤੇ ਉਸ ਚੀਜ਼ ਨੂੰ ਹਥਿਆਰ ਵਾਂਗੂ ਯੂਜ਼ ਕਰ ਰਹੇ ਸੀ ਮੇਰੀ ਮਾਂ ਨੂੰ ਤੇ ਮੇਰੇ ਭਰਾ ਨੂੰ। ਤੇ ਮੈਂ ਕਿਹਾ ਮੰਮੀ ਮੈਂ ਤਬ ਤੱਕ ਵਾਹਿਗੁਰੂ ਬੋਲਣਾ ਨਹੀਂ ਹਟਾਂ ਜਦ ਤੱਕ ਤੂੰ ਖੁਦ ਨਹੀਂ ਕਹੇਂਗੀ ਕਿ ਹਾਂ ਵਾਹਿਗੁਰੂ ਬੋਲ, ਚੱਲ ਬੋਲ। ਇਹੀ ਹੋਇਆ, ਮੰਮੀ ਬੋਲੇ ਮੈਂ ਵਾਹਿਗੁਰੂ ਬੋਲਣਾ, ਮੰਮੀ ਬੋਲੇ ਮੈਂ ਵਾਹਿਗੁਰੂ ਬੋਲਣਾ, ਮੰਮੀ ਚੀਕੀ ਜਾਵੇ ਫਿਰ ਮੈਂ ਵਾਹਿਗੁਰੂ ਬੋਲਣਾ। ਤੇ ਫਿਰ ਮੈਂ ਹਾਰ ਕੇ ਮੰਮੀ ਨੇ ਕਿਹਾ ਹਾਂ ਵਾਹਿਗੁਰੂ ਬੋਲ। ਫਿਰ ਮੈਂ ਹੱਸਿਆ, ਮੈਂ ਕਿਹਾ ਹੁਣ ਸੁਣੋ ਬੈਠ ਕੇ ਤੁਸੀਂ। ਮੈਂ ਕਿਹਾ ਮਾਂ ਮੇਰੀ ਮੇਰੀ ਗੱਲ ਸੁਣ, ਮੈਂ ਚੰਡੀਗੜ੍ਹ ਸ਼ਹਿਰ ਵਿੱਚ ਪੜ੍ਹਦਾ, ਠੀਕ ਹੈ। 80% ਮੈਂ ਉਹਨਾਂ ਨੂੰ ਗੁਰਬਾਣੀ ਦੇ ਥਰੂ ਵੀ ਸਮਝਾ ਸਕਦਾ ਸੀ, ਪਰ ਮੈਨੂੰ ਉਹਨਾਂ ਨੂੰ ਇੱਕ ਨਾਰਮਲ ਲੈਂਗੁਏਜ ਸਮਝਾਉਣਾ ਸੀ, ਕਿਉਂਕਿ ਉਸ ਚੀਜ਼ ਉਹਨਾਂ ਨੂੰ ਪਤਾ ਨਹੀਂ ਸੀਗਾ, ਤੇ ਮੈਨੂੰ ਉਹਨਾਂ ਦੀ ਲੈਵਲ ਦੇ ਹਿਸਾਬ ਨਾਲ ਗੱਲ ਸਮਝਾਉਣੀ ਸੀ। ਤੇ ਮੈਂ ਇਸ ਤਰੀਕੇ ਨਾਲ ਗੱਲ ਸ਼ੁਰੂ ਕੀਤੀ। ਮੈਂ ਕਿਹਾ ਮੰਮੀ ਦੇਖ, ਮੈਂ ਚੰਡੀਗੜ੍ਹ ਪੜ੍ਹਦਾ, ਚੰਡੀਗੜ੍ਹ ਵਿੱਚ ਮੇਰੇ ਸਾਹਮਣੇ ਜਦੋਂ ਮੈਂ ਪੜ੍ਹਨ ਆਇਆ ਨਾ, ਤੇ ਮੈਂ ਦੇਖਿਆ 1000 ਹੀ ਮੁੰਡੇ ਸੀਗੇ, ਘੱਟੋ ਘੱਟ 200-300 ਮੁੰਡੇ ਜਿਹੜੇ ਸਰਦਾਰ ਸੀ, ਜਿਨ੍ਹਾਂ ਵਿੱਚੋਂ 40-50 ਨੇ ਆਪਣੇ ਕੇਸ ਕਤਲ ਕਰਾ ਲਏ ਸੀਗੇ ਇਸੀ ਮਾਇਆ ਕਰਕੇ, ਜੋ ਵੀ ਮਾਇਆ ਦਾ ਨਾਮ ਆਪ ਜੀ ਲੈ ਸਕਦੇ ਹੋ। ਤੇ ਮੈਂ ਕਿਹਾ ਉਹ ਕਈ ਉਹਨਾਂ ਵਿੱਚੋਂ ਕਈ ਸ਼ਰਾਬਾਂ ਵੱਲ ਤੁਰੇ, ਕਈ ਨਸ਼ਿਆਂ ਵੱਲ ਤੁਰੇ, ਕਈ ਗੁੰਡਾਗਰਦੀ ਵੱਲ ਤੁਰੇ, ਕਈ ਕੁਛ ਕਰਦੇ ਵੱਲ ਤੁਰੇ। ਮੈਂ ਕਿਹਾ ਤੇਰੇ ਪੁੱਤਰ ਨੇ, ਮੈਂ ਕਿਹਾ ਗੱਲ ਦੱਸ, ਕਦੀ ਤੈਨੂੰ ਕਿਸੇ ਚੀਜ਼ ਦੀ ਕੰਪਲੇਨ ਆਈ, ਕਿਸੇ ਕੁੜੀ ਦੀ, ਕੋਈ ਨਸ਼ੇ ਦੀ, ਕੋਈ ਪੜ੍ਹਾਈ ਦੀ? ਮੈਂ ਕਿਹਾ ਤੇਰਾ ਬੱਚਾ 42% ਤੋਂ 73% ਤੱਕ ਹੋ ਚੁੱਕਿਆ। ਇਹ ਗੱਲ ਸੱਚ ਕਰਕੇ ਜਾਣੇ ਵਾਹਿਗੁਰੂ, ਜਦੋਂ ਮੈਂ ਘਰੋਂ ਮੈਂ ਆਪਣੀ ਦੱਸਿਆ ਸੀ 10ਵੀਂ 'ਚ ਮੇਰੇ 42% ਸੀਗੇ, ਤੇ ਮੇਰੀ ਜਦੋਂ ਡਿਗਰੀ ਦਾ ਜੋ ਲਾਸਟ ਜਦੋਂ ਮੈਂ ਉਦੋਂ ਮੇਰੇ 73% ਸੀਗੇ ਮੇਰੇ। ਤੇ ਮੈਂ ਕਿਹਾ ਤੁਹਾਨੂੰ ਇਹ ਬਖਸ਼ਿਸ਼ ਨਹੀਂ ਦਿਖਦੀ ਪਈ? ਮੇਰੀ ਸੰਗਤ ਕਿੱਥੋਂ ਤੋਂ ਕਿੱਥੇ ਪਹੁੰਚ ਗਈ, ਕਿੱਥੇ ਮੈਂ ਇੱਥੇ ਬਾਈਕਾ ਚੋਰ ਨਾਲ ਬੈਠ ਕੇ ਗੱਲ ਕਰਦਾ ਹੁੰਦਾ ਸੀਗਾ, ਕਿੱਥੇ ਮੈਂ ਵਾਹਿਗੁਰੂ ਨਾਲ ਕਰਕੇ ਗੱਲ ਕਰ ਰਿਹਾ। ਮੈਂ ਕਿਹਾ ਤੁਹਾਨੂੰ ਇਹ ਬਖਸ਼ਿਸ਼ ਨਹੀਂ ਦਿਖਦੀ ਪਈ? ਫਿਰ ਮੈਂ ਸਾਡੀ ਵਾਹਿਗੁਰੂ ਸੰਗਤ ਜੀ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ, ਜਦੋਂ ਸ਼ੁਕਰ ਕਰਿਆ ਕਰੋ ਨਾ, ਸਿਰਫ ਵੇਖਦਿਆਂ ਵੱਲ ਸ਼ੁਕਰ ਨਾ ਕਰਿਆ ਕਰੋ ਕਿ ਜੋ ਤੁਹਾਨੂੰ ਦਿਖਦਾ ਪਿਆ ਉਹਦਾ ਸ਼ੁਕਰ ਕਰਨਾ ਹੈ। ਅੱਖਾਂ ਬੰਦ ਕਰਕੇ ਉਹਨਾਂ ਚੀਜ਼ਾਂ ਨੂੰ ਫੀਲ ਕਰਿਆ ਕਰੋ ਜੋ ਤੁਹਾਨੂੰ ਨਹੀਂ ਦਿਸ ਰਿਹਾ, ਉਹਦੇ ਵੱਲ ਵੇਖ ਕੇ ਜਦੋਂ ਸ਼ੁਕਰ ਕਰਨਾ ਆ ਗਿਆ, ਫਿਰ ਦੇਖਿਓ ਖੇਡ ਜਿਹੜੀ ਬਣਦੀ ਹੈ। ਮੈਂ ਕਿਹਾ ਮੰਮਾ ਤੁਹਾਨੂੰ ਜੋ ਦਿਖਦਾ ਪਿਆ ਹੈ ਇਹ ਤੇ ਸ਼ੁਕਰ ਕਰਨਾ ਆ ਰਿਹਾ, ਤੁਹਾਨੂੰ ਜਿਹੜਾ ਨਹੀਂ ਦਿਖਦਾ ਪਿਆ ਉਹਦਾ ਸ਼ੁਕਰ ਹੀ ਨਹੀਂ ਕਰਨਾ ਆ ਰਿਹਾ। ਮੈਂ ਕਿਹਾ ਦੇਖੋ ਮੈਂ ਠੀਕ ਆ, ਤੁਹਾਡੇ ਪਰਿਵਾਰਾਂ ਵਿੱਚ ਚੀਜ਼ਾਂ ਹੈਗੀਆਂ, ਕਹਿਣ ਕਹਾਣ ਤੁਸੀਂ ਪੰਡਿਤ ਜੀ ਆਖਦੇ ਹੋ, ਮੈਂ ਕਿਹਾ ਮੁਰਗੇ ਤੁਹਾਡੇ ਘਰ ਚੱਲਦੇ, ਠੀਕ ਹੈ। ਉਦੋਂ ਮੇਰੀ ਸੋਚ ਜਿਹੜਾ ਇਦਾਂ ਦੀ ਸੀਗੀ, ਮੈਂ ਕਿਹਾ ਸ਼ਰਾਬਾਂ ਤੁਹਾਡੇ ਘਰ ਚੱਲਦੀਆਂ, ਸਭ ਕੁਝ ਤੁਹਾਡੇ ਘਰ ਚੱਲਦਾ। ਤੇ ਮੈਂ ਫਿਰ ਉਹਨਾਂ ਨੂੰ ਉਸ ਲੈਵਲ ਦਾ ਸਮਝਾਉਣਾ ਸੀਗਾ। ਤੇ ਮੈਂ ਕਿਹਾ ਛਡਵਾਓਗੇ ਆਪਣੇ ਪਰਿਵਾਰ ਨੂੰ ਸ਼ਰਾਬ? ਤੇ ਮੈਂ ਕਿਹਾ ਦੱਸੋ ਕਰਵਾਓਗੇ ਕੰਮ? ਕਹਿੰਦੇ ਮੈਂ ਕਿੱਦਾਂ ਕਰਾ ਸਕਦੀ? ਮੈਂ ਕਿਹਾ ਮੰਮਾ ਜਦੋਂ ਤੂੰ ਇਹ ਚੇਂਜ ਨਹੀਂ ਕਰ ਸਕਦੀ ਨਾ, ਤੇ ਮੈਨੂੰ ਵੀ ਚੇਂਜ ਨਾ ਕਰੋ ਫਿਰ। ਮੈਂ ਕਿਹਾ ਮਾਂ ਮੇਰੀ, ਕੱਲ ਨੂੰ ਮੈਂ ਬੋਤਲ ਫੜ ਕੇ, ਤੂੰ ਸੋਚ, ਮੈਂ ਜਸਟ ਇੱਕ ਪਿਕਚਰ ਬਣਾਤੀ ਮੰਮੀ ਦੇ ਅੱਗੇ। ਮੈਂ ਕਿਹਾ ਤੂੰ ਮੇਰੇ ਕੋਲ ਆਵੇ, ਠੀਕ ਹੈ, ਤੁਸੀਂ ਮੇਰੇ ਕੋਲ ਆਓ, ਤੇ ਮੈਂ ਹੱਥ 'ਚ ਬੋਤਲ ਫੜ ਕੇ ਬੈਠਾ, ਮੈਂ ਆ ਕੇ ਸਭ ਤੋਂ ਪਹਿਲਾਂ ਬੋਤਲ ਭੰਨਾ, ਫਿਰ ਤੈਨੂੰ ਮਾਂ ਭੈਣ ਦੀਆਂ ਗਾਲਾਂ ਕੱਢਾਂ, ਫਿਰ ਆਪਣੀ ਘਰ ਵਾਲੀ ਨੂੰ ਮਾਂ ਭੈਣ ਦੀਆਂ ਗਾਲਾਂ ਕੱਢਾਂ। ਮੈਂ ਕਿਹਾ ਉਹ ਮਾਹੌਲ ਠੀਕ ਰਹੂਗਾ? ਦੱਸੋ ਮੈਨੂੰ। ਮੈਂ ਕਿਹਾ ਦੇਖਿਆ ਹੀ ਹੈ ਤੁਸੀਂ ਮੇਰੇ, ਕਿਉਂਕਿ ਸਾਡੇ ਘਰ ਵਿੱਚ ਪਰਿਵਾਰ 'ਚ ਹੈਗੇ ਸੀ, ਉਹਨਾਂ ਦਾ ਮੰਮੀ ਦਾ ਸਗਾ ਭਰਾ ਮੇਰਾ ਜਿਹੜਾ ਮਾਮਾ ਜੀ ਹੈਗੇ, ਉਹ ਮਤਲਬ ਕਿ ਉਹ ਲੈਂਦੇ ਆ, ਡਰਿੰਕ ਕਰਦੇ ਆ। ਤੇ ਮੈਂ ਕਿਹਾ ਉਹ ਮਾਹੌਲ ਦੇਖਿਆ? ਮੈਂ ਕਿਹਾ ਉਹ ਠੀਕ ਰਹੂਗਾ ਮਾਹੌਲ, ਜਾਂ ਇਹ ਮਾਹੌਲ ਠੀਕ ਰਹੂਗਾ ਕਿ ਜਦੋਂ ਮੈਂ ਆਪਣੇ ਘਰ ਵਿੱਚ ਆਊਂਗਾ, ਅਸੀਂ ਸ਼ਾਮ ਨੂੰ ਬੈਠਾਂਗੇ, ਚੌਂਕੜਾ ਮਾਰਾਂਗੇ, ਸਿਮਰਨ ਕਰਾਂਗੇ, ਬਾਣੀ ਦੀ ਵਿਚਾਰ ਕਰਾਂਗੇ, ਸਿਮਰਨ ਕਰਾਂਗੇ। ਮੈਂ ਕਿਹਾ ਫਿਰ ਕਾਹਦੇ ਵਾਸਤੇ ਰੱਖਿਆ ਮੂਰਤੀਆਂ ਤੁਸੀਂ, ਜਦੋਂ ਪਖੰਡੀ ਕਰੀ ਜਾ ਰਹੇ ਹੋ? ਉਹ ਕਹਿੰਦੇ ਨਾ ਮਤਲਬ ਕਿ ਤੁਸੀਂ ਗੱਲ ਤਾਂ ਉਹ ਤਾਂ ਤੁਸੀਂ ਕਹਿਤਾ ਕਿ ਹਾਂ ਮੇਰਾ ਗੁਰੂ ਉਹ ਹੈਗਾ, ਮਤਲਬ ਕਿ ਤੁਸੀਂ ਗੱਲ ਤਾਂ ਮੰਨ ਨਹੀਂ ਰਹੇ ਤੁਸੀਂ, ਤੇ ਤੁਸੀਂ ਇਸ ਚੀਜ਼ ਨੂੰ ਕਿੱਦਾਂ ਤੁਸੀਂ ਹੈਂਡਲ ਕਰੋਗੇ ਦੱਸੋ ਤੁਸੀਂ ਮੈਨੂੰ। ਤੇ ਮੈਂ ਕਿਹਾ ਤੁਸੀਂ ਮੈਨੂੰ ਸਮਝਾਓ ਕਿ ਮੈਂ ਕੀ ਗਲਤ ਚੱਕਿਆ ਮੈਨੂੰ। ਮੈਂ ਕਿਹਾ ਬੈਠੋ ਤੁਸੀਂ ਮੇਰੇ ਨਾਲ, ਅੱਜ ਤੁਸੀਂ ਇੰਨਾ ਕੁਝ ਬੋਲਿਆ, ਇੰਨਾ ਸਤਿਕਾਰ ਬਖਸ਼ਿਆ ਤੁਸੀਂ ਮੇਰੀ ਸਿੱਖੀ ਨੂੰ, ਤੇ ਮੈਂ ਕਿਹਾ ਇਹ ਤਾਂ ਡਿਜ਼ਰਵ ਕਰਦੀ ਇਸ ਚੀਜ਼ ਨੂੰ। ਜਿੰਨੇ ਜਿਹੜਾ ਇਸ ਰਸਤੇ ਤੁਰਿਆ ਨਾ, ਉਹਨੂੰ ਇਹ ਚੀਜ਼ਾਂ ਕਈ ਵਾਰੀ ਸਹੀਆਂ ਪਈਆਂ, ਮੋਸਟਲੀ ਸਹੀਆਂ ਪਈਆਂ। ਗੁਰੂ ਪਾਤਸ਼ਾਹ ਜੀ ਨੂੰ ਛੱਡਿਆ ਤੇ ਅਸੀਂ ਕਿਹੜੀ ਖੇਤੀ ਮੂਲੀ ਹੈਗੇ ਆ। ਤੇ ਮੈਂ ਕਿਹਾ ਕੁਛ ਦੱਸੋ ਹੋਰ ਤੁਹਾਡੇ ਮਨ 'ਚ ਕੀ ਸ਼ਿਕਾਇਤਾਂ ਆ ਗਈਆਂ? ਮੰਮੀ ਨੂੰ ਇੱਕ ਵਿਚਾਰ 1.5 ਘੰਟਾ ਵਿਚਾਰ ਕੀਤੀ, ਤੇ ਮੈਂ ਮੰਮੀ ਨੂੰ ਸਾਰੇ ਤਰੀਕੇ ਨਾਲ, ਮੰਮੀ ਕਹਿੰਦੇ ਠੀਕ ਆ, ਕਹਿੰਦੇ ਤੂੰ ਗਲਤ ਨਹੀਂ ਤੁਰਿਆ, ਕਹਿੰਦੇ ਪਰ ਤੇਰਾ ਬਣੂਗਾ ਕੀ? ਮੈਂ ਕਿਹਾ ਤੂੰ ਮੇਰਾ ਕੀ ਬਣਾਇਆ ਸੀਗਾ? ਤੇਰੇ ਹੁੰਦੇ ਮੈਂ 42% ਤੇ ਆ ਗਿਆ ਸੀਗਾ, ਤੁਹਾਡੇ ਹੁੰਦੇ ਜਦੋਂ ਮੈਂ ਤੁਹਾਡੇ ਨਾਲ ਰਹਿੰਦਾ ਹੁੰਦਾ ਸੀ 42% ਤੇ। ਮੈਂ ਕਿਹਾ ਕਿੰਨੇ ਕੀ ਕੇਅਰ ਕਰ ਲਈ ਤੁਸੀਂ? ਮੈਂ ਕਿਹਾ ਹੁਣ ਤੁਸੀਂ ਸੋਚੋ, ਗੁਰੂ ਪਿਤਾ ਮੇਰੇ ਨਾਲ ਜਿਹੜਾ ਰਹਿੰਦਾ ਉਹਨੇ ਮੈਨੂੰ 42 ਤੋਂ 73% ਤੱਕ ਪਹੁੰਚਾਤਾ, ਮੈਨੂੰ ਮੇਰੇ ਦੋਸਤ ਖਤਮ ਕਰਤੇ, ਮੈਨੂੰ ਆਪਣੇ ਨਾਲ ਸਾਂਝ ਪਾ ਲਈ, ਮੈਨੂੰ ਆਪਣੀ ਸੰਗਤ ਨਾਲ ਲਾ ਲਿਆ, ਮੇਰੀ ਸੋਚ ਬਦਲ ਗਈ, ਮੇਰਾ ਵੇਖਣ ਦਾ ਤਰੀਕਾ ਬਦਲ ਗਿਆ। ਕਹਿੰਦੇ ਹਾਂ ਉਹ ਤਾਂ ਮੈਨੂੰ ਦੇਖ ਹੀ ਰਿਹਾ, ਕਹਿੰਦੀ ਮੈਂ ਤੇਰੇ ਕੋਲ 2 ਘੰਟੇ ਤੇਰੇ ਨਾਲ ਖੜੀ ਹੋਈ ਆ, ਤੇਰੇ ਦਰਵਾਜ਼ੇ ਦੇ ਬਾਹਰ ਖੜੀ ਹੋਈ ਕਿ ਤੂੰ ਕਦੋਂ ਦਰਵਾਜ਼ਾ ਖੋਲੇਗਾ, ਕਹਿੰਦਾ ਹੁਣ ਤੂੰ ਅੱਖਾਂ ਖੋਲਦਾ ਪਿਆ। ਮੈਂ ਕਿਹਾ ਮੰਮੀ ਹੁਣ ਮੈਂ ਕੀ ਦੱਸਦਾ ਕਿ ਮੈਂ ਕੀ ਕਰ ਰਿਹਾ ਸੀ ਉਸ ਟਾਈਮ। ਫਿਰ ਮੇਰਾ ਭਰਾ ਆ ਗਿਆ, ਭਰਾ ਆ ਕੇ ਕਹਿੰਦਾ ਕਿ ਹਾਂ ਉਹ ਅੰਗਰੇਜ਼ਾ ਵੱਡਾ ਸਰਦਾਰ ਤੂੰ, ਕਹਿੰਦਾ ਤੂੰ, ਕਹਿੰਦਾ ਮੈਂ ਕਿਹਾ ਮੰਮੀ
ਹੁਣ ਫਿਰ 1.5 ਘੰਟੇ ਦਾ ਭਾਸ਼ਣ ਇਹਨੂੰ ਦੇਵਾਂ, ਦੱਸੋ ਤੁਸੀਂ। ਮੈਂ ਕਿਹਾ ਮੈਂ ਇਹਨੂੰ ਨਹੀਂ ਸਮਝਾ ਸਕਦਾ, ਇਹਨੂੰ ਕੋ ਹਜੇ ਮੇਰੇ ਨਾਲ ਗੱਲ ਨਾ ਕਰੇ। ਉਹ ਗੱਲ ਸੁਣਨ ਨੂੰ ਤਿਆਰ ਹੀ ਨਹੀਂ, ਕਹਿੰਦਾ ਤੇਰਾ ਕੁਛ ਨਹੀਂ ਬਣਨਾ। ਮੈਂ ਉਹਨੂੰ ਜਸਟ ਨਾ ਗੁਰੂ ਪਾਤਸ਼ਾਹ ਜੀ ਤੇ ਮਾਣ ਮਹਿਸੂਸ ਹੁੰਦੇ ਹੋਏ ਮੈਂ ਗੱਲ ਕਹਿ ਦਿੱਤੀ, ਮੈਂ ਕਿਹਾ ਦੱਸ ਤੈਨੂੰ ਕੀ ਚਾਹੀਦਾ। ਕਹਿੰਦਾ ਤੇਰੇ ਕੋਈ ਤੇਰੀ ਹਿੰਮਤ ਹੈ ਨਾ, ਦੇਖ ਤੂੰ ਕੀ ਕਰਨ ਵਾਸਤੇ ਆਇਆ ਇੱਥੇ। ਮੈਂ ਕਿਹਾ ਜੋ ਵੀ ਕਰਨਾ ਹੈ। ਕਹਿੰਦਾ ਤੂੰ ਮੈਨੂੰ ਆਈਡੀਆ ਬਣਾ ਕੇ ਦਿਖਾ, ਆਈਡੀ ਆਪਣੀ ਡਾਕੂਮੈਂਟਸ ਬਣਾ ਕੇ ਦਿਖਾ। ਮੈਂ ਕਿਹਾ ਨਾ ਬੋਲ ਕਿਹੜਾ ਡਾਕੂਮੈਂਟ। ਤੁਸੀਂ ਯਕੀਨ ਕਰੋਗੇ ਸੰਗਤ ਜੀ, ਮੈਨੂੰ ਇੰਨਾ ਭਰੋਸਾ ਸੀ ਉਸ ਟਾਈਮ, ਇੰਨਾ ਭਰੋਸਾ ਸੀ, ਅਗਰ ਮੈਂ ਕਹਾਂ ਨਾ ਕਿ ਮੈਨੂੰ ਪਾਸਪੋਰਟ ਚਾਹੀਦਾ ਤੇ ਮੇਰੇ ਘਰ ਹੀ ਗੁੱਸਾ ਮਸ਼ੀਨ ਲਾ ਦੇਣੀ ਸੀ ਪਾਸਪੋਰਟ ਦੀ। ਇੰਨਾ ਭਰੋਸਾ ਮੈਨੂੰ ਜਾ ਕੇ। ਮੈਂ ਕਿਹਾ ਦੱਸ ਤੈਨੂੰ ਕੀ ਚਾਹੀਦਾ। ਕਹਿੰਦਾ ਜਾ ਕੇ ਬਣਾ ਆਪਣਾ ਪ੍ਰਮਾਣ, ਆਪਣਾ ਬਰਥ ਸਰਟੀਫਿਕੇਟ ਬਣਾ, ਤੇਰਾ ਉਹ ਨਹੀਂ ਹੈਗਾ, ਆਪਣਾ ਉਹ ਪਾਸਬੁੱਕ ਬਣਾ ਆਪਣੀ ਬੈਂਕ ਦੀ। ਮੈਂ ਕਿਹਾ ਹੋਰ ਦੱਸ। ਕਹਿੰਦਾ ਆਈਡੀ ਕਾਰਡ ਬਣਾ, ਵੋਟਰ ਆਈਡੀ ਕਾਰਡ ਤੇਰਾ ਨਹੀਂ ਹੈਗਾ। ਮੈਂ ਕਿਹਾ ਬਸ ਹੋਰ ਕੁਛ ਚਾਹੀਦਾ ਤੈਨੂੰ। ਮੈਂ ਕਿਹਾ ਕਿੰਨੇ ਦਿਨ ਇੱਥੇ ਮੈਂ। ਕਹਿੰਦਾ ਮੈਨੂੰ ਨਹੀਂ ਪਤਾ, ਤੂੰ ਅੱਜ ਜਾ ਭਾਵੇਂ ਕੱਲ ਜਾ। ਉਹ ਪੂਰਾ ਹਰ ਗੱਲ ਦਾ ਇੰਨੇ ਗੁੱਸੇ ਨਾਲ ਜਵਾਬ ਦੇ ਰਿਹਾ ਸੀ। ਤੇ ਮੈਂ ਕਿਹਾ ਠੀਕ ਆ ਵਾਹਿਗੁਰੂ, ਤੇਰੇ ਜਾਣ ਤੋਂ ਪਹਿਲਾਂ ਤੇਰੇ ਹੱਥ 'ਚ ਦੇ ਕੇ ਜਾਊਂਗਾ। ਇਹ ਗੱਲ ਕਹਿੰਦੇ ਸਾਰੀ ਮੈਂ ਗੁਰੂ ਪਾਤਸ਼ਾਹ ਜੀ ਵੱਲ ਇਸ਼ਾਰਾ ਕੀਤਾ। ਮੈਂ ਕਿਹਾ ਗੁਰੂ ਪਿਤਾ ਗੱਲ ਨਾ ਹੁਣ ਅੜਕ ਤੇ ਆ ਗਈ ਆ। ਮੈਂ ਨਾ ਗੁਰੂ ਸਾਹਿਬ ਨੇ ਏਦਾਂ ਹੀ, ਮੈਂ ਤੁਹਾਨੂੰ ਦੱਸਾਂ ਨਾ, ਮੈਂ ਏਦਾਂ ਹੀ ਗੱਲਾਂ ਕਰਦਾ। ਮੈਂ ਗੁਰੂ ਸਾਹਿਬ ਜੀ ਗੱਲ ਨਾ ਅੜਕ ਤੇ ਆ ਗਈ ਆ, ਤੇ ਹੁਣ ਮੈਂ ਨਹੀਂ ਚਾਹੁੰਦਾ ਕਿ ਕੋਈ ਕੋਤਕ ਹੋਵੇ, ਕਿਉਂਕਿ ਮੈਨੂੰ ਮੈਂ ਕਹਿੰਦਾ ਇਹਨਾਂ ਨੂੰ ਜਵਾਬ ਦੇਣਾ ਜ਼ਰੂਰੀ ਹੈ ਕਿ ਮੇਰਾ ਪਿਓ ਕਿੰਨਾ, ਪਿਤਾ ਮੇਰੇ ਵੱਡੋ ਧਨੀ ਅਗਮਾ। ਮੈਂ ਕਿਹਾ ਹਨਾ, ਤੇ ਮੈਂ ਕਿਹਾ ਹੁਣ ਤੂੰ ਬਾਪ ਮੇਰਾ ਹੋ ਪੂਤ ਤੇਰਾ ਵਾਲੀ ਗੱਲ ਆ ਗਈ ਆ, ਤੇ ਮੈਂ ਕਿਹਾ ਹੁਣ ਦਿਖਾਣਾ ਪੈਣਾ। ਚਲੋ ਜੀ, ਇੱਕ ਦਿਨ ਬੀਤਿਆ, ਕਿਸੇ ਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ। ਮੰਮੀ ਵੀ ਆਣ ਰੋਟੀ ਪ੍ਰਸ਼ਾਦਾ ਰੱਖ ਕੇ ਚੱਲ ਜਾਣ, ਮੈਨੂੰ ਹੋਰ ਵਧੀਆ। ਮੈਂ ਕਿਹਾ ਠੀਕ ਹੈ ਭਰਾਈ, ਨਾ ਬੋਲੋ, ਮੇਰਾ ਉਹਨਾਂ ਸਮਾਂ ਗੁਰੂ ਪਾਤਸ਼ਾਹ ਜੀ ਨੇ ਬੀਤਣਾ, ਨਹੀਂ ਤਾਂ ਮੈਂ ਤੁਹਾਡੇ ਨਾਲ ਲੈ ਕੇ ਤੁਹਾਡੀ ਰਿਸ਼ਤੇਦਾਰਾਂ ਦੀ ਗੱਲਾਂ ਸੁਣਨੀਆਂ, ਤੇ ਨਹੀਂ ਤਾਂ ਹੋਰ ਕੋਈ ਮਾਇਆ ਦੀ ਗੱਲਾਂ ਸੁਣੂਗਾ ਜਾਂ ਕੁਛ ਹੋਰ। ਇਸ ਤੋਂ ਵਧੀਆ ਮੈਂ ਆਪਣੇ ਗੁਰੂ ਨਾਲ ਹੀ ਗੱਲਾਂ ਕਰਦਾ ਚੰਗਾ ਰਹੂੰਗਾ। ਚਲੋ ਇੱਕ ਦਿਨ ਬੀਤਿਆ, ਮੇਰਾ ਭਰਾ ਕਹਿੰਦਾ ਚੱਲ ਉੱਠ ਆਈਡੀ ਬਣਾਉਣੀ ਆ, ਚੱਲ। ਮੈਂ ਕਿਹਾ ਦੱਸ ਕੀ ਚਾਹੀਦਾ। ਕਹਿੰਦਾ ਹੈ ਕੀ ਤੇਰੇ ਕੋਲ ਜੋ ਤੂੰ ਦਿਖਾਏਂਗਾ ਉੱਥੇ। ਫਿਰ ਉਹ ਮੇਰੇ ਤੋਂ ਪੈ ਗਿਆ। ਮੈਂ ਕਿਹਾ ਹਾਂ, ਮੈਨੂੰ ਕੋਈ ਪਤਾ, ਮੇਰੇ ਕੋਲ ਕੁਛ ਨਹੀਂ ਹੈਗਾ ਵਜ੍ਹਾ ਜੋ ਮੈਂ ਤਾਂ ਉੱਥੇ ਦਿਖਾ ਸਕਾਂ। ਮੈਂ ਕਿਹਾ ਹਾਂ ਚੱਲ 10th ਦਾ ਸਰਟੀਫਿਕੇਟ ਤੇ ਹੈਗਾ। ਕਹਿ ਰਿਹਾ ਉੱਥੇ ਤੇਰਾ ਅੰਕੁਸ਼ ਸ਼ਰਮਾ ਹੈ, ਤੂੰ ਸਰਦਾਰ ਹੈ, ਤੇਰੇ ਕਿੱਦਾਂ ਤੂੰ। ਮੈਂ ਕਿਹਾ ਫਿਰ ਤੂੰ, ਮੈਂ ਕਿਹਾ ਦੇਖ ਤੇਰਾ ਪਿਓ ਇੱਥੇ ਬੈਠਾ ਤੇ ਮੇਰਾ ਪਿਓ ਹਰ ਜਗ੍ਹਾ ਬੈਠਾ, ਤੇ ਤੂੰ ਦੀ ਫਿਕਰ ਨਾ ਕਰ। ਕਹਿੰਦਾ ਤੂੰ ਮੈਨੂੰ ਭਾਸ਼ਣ ਨਾ ਦੇ, ਚੱਲ ਮੇਰੇ ਨਾਲ। ਉਹਨੇ ਮੈਨੂੰ ਬਾਈਕ ਤੇ ਬਿਠਾਇਆ, ਮੈਂ ਬੈਂਕ ਚਲਾ ਗਿਆ। ਬੈਂਕ ਆਫ ਬੜੌਦਾ ਗਿਆ। ਉੱਥੇ ਮੇਰੇ ਕੋਲ ਸਿਰਫ ਤੇ ਮੇਰੇ 4 ਫੋਟੋਆਂ ਸੀ, ਇੱਕ 10th ਦਾ ਸਰਟੀਫਿਕੇਟ ਸੀਗਾ। ਯਕੀਨ ਕਰਿਓ ਵਾਹਿਗੁਰੂ, ਜਦੋਂ ਮੈਂ ਉੱਥੇ ਪਹੁੰਚਿਆ, ਤੇ ਹੁਣ ਦੇਖੋ ਖੇਡ ਕੀ ਬਣੀ ਉੱਥੇ। ਜਿੱਥੋਂ ਦਾ ਜਿਹੜਾ ਗਾਰਡ ਸੀਗਾ, ਸਭ ਸੂਰਤ ਦਾ ਸਾਫ ਸਿਰਾ ਸੀਗਾ। ਸਿੰਘ ਸਾਹਿਬ ਸੀਗੇ ਉੱਥੇ, ਤੇ ਸ਼ੀਰ ਸਾਹਿਬ ਪਾਈ ਹੋਈ ਸੀ, ਉੱਪਰ ਹੱਥ 'ਚ ਗਨ ਲੈ ਕੇ ਖੜੇ ਹੋਏ ਸੀ। ਜਦੋਂ ਮੈਂ ਉਹਨਾਂ ਨੂੰ ਦੇਖਿਆ, ਮੈਂ ਕਿਹਾ ਤੂੰ ਦੱਸ ਇੱਥੋਂ ਹੁਣ ਤੂੰ ਬੈਂਕ ਵੀ ਲੈਣਾ ਨਾ, ਇੱਥੋਂ ਪੂਰਾ ਤੈਨੂੰ ਮਿਲ ਜਾਊਗਾ। ਮੈਂ ਅੰਦਰੋਂ ਏਦਾਂ ਆਵਾਜ਼, ਮੇਰੇ ਅੰਦਰੋਂ ਇੰਨਾ ਚਾਅ ਪੈਦਾ ਹੋ ਗਿਆ ਸੀ। ਮੈਂ ਕਿਹਾ ਹੁਣ ਤਾਂ ਸ਼ੁਰੂਆਤ ਹੀ ਜਦੋਂ ਇੱਥੋਂ ਹੋ ਗਈ ਨਾ ਮੇਰੀ। ਮੈਂ ਕਿਹਾ ਹੁਣ ਤੂੰ ਆਪਣੇ ਮਨ 'ਚ ਗਿਆ। ਮੈਂ ਕਰਨ ਤੂੰ ਹੁਣ ਜਾ ਇੱਥੋਂ। ਕਹਿੰਦਾ ਨਹੀਂ ਮੈਂ ਤੈਨੂੰ। ਮੈਂ ਕਿਹਾ ਤੂੰ ਜਾਣਾ ਤੇ ਚੱਲ ਜੀ, ਕਿਉਂਕਿ ਉਹਨੇ ਕਿਤੇ ਕੰਮ ਜਾਣਾ ਸੀਗਾ। ਠੀਕ ਆ, ਜਦੋਂ ਮੈਂ ਗਾਰਡ ਨੂੰ ਫਤਿਹ ਬੁਲਾਈ ਸਿਰ ਕੇ, ਉਹਨਾਂ ਨੇ ਇੰਨੇ ਪਿਆਰ ਨਾਲ ਫਤਿਹ ਦਾ ਜਵਾਬ ਦਿੱਤਾ, ਤੇ ਕਹਿੰਦੇ ਹੋਰ ਸਿੰਘ ਸਾਹਿਬ ਕੀ ਹਾਲ ਆ। ਤੇ ਮੈਂ ਕਿਹਾ ਗੁਰੂ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਹੈ ਵਾਹਿਗੁਰੂ, ਬਹੁਤ ਚੰਗਾ ਲੱਗਿਆ ਆਪ ਦੇਖ ਕੇ। ਕਹਿੰਦੇ ਮੈਨੂੰ ਵੀ ਬਹੁਤ ਚੰਗਾ ਲੱਗਿਆ ਤੁਸੀਂ ਇੱਥੇ ਆਏ। ਤੇ ਚਲੋ ਜੀ ਅਸੀਂ ਅੰਦਰ ਬੈਠੇ, ਤੇ ਮੈਂ ਪਹਿਲੇ ਕਾਊਂਟਰ ਤੇ ਗਿਆ, ਅਕਾਊਂਟ ਖੁਲਵਾਉਣਾ। ਆਪ ਜੀ ਉੱਥੇ ਬੈਠ ਜਾਓ। ਥੋੜੀ ਦੇਰ ਬਾਅਦ ਬੈਂਕ ਮੈਨੇਜਰ ਆਇਆ, ਤੇ ਉਹ ਮੈਂ ਫਿਰ ਗਿਆ, ਤੇ ਉਹ ਕਹਿੰਦਾ ਕਿ ਨਾਮ ਤੁਹਾਡਾ। ਉਹ ਕਹਿੰਦਾ ਆਪ ਕੀ ਲੈ ਕੇ ਆਏ ਹੋ। ਮੈਂ ਕਿਹਾ ਮੈਂ ਆਪਣੇ ਦਾ ਸਰਟੀਫਿਕੇਟ ਲੈ ਕੇ ਆਇਆ, ਤੇ ਮੇਰੇ ਕੋਲ ਸਿਰਫ 4 ਫੋਟੋ ਹੈਗੀਆਂ। ਤੇ ਕਹਿੰਦੇ ਉਹ ਰਾਸ਼ਨ ਕਾਰਡ ਪਾਪਾਗਾ। ਮੈਂ ਕਿਹਾ ਹਾਂ ਮੈਂ ਲੈ ਕੇ ਆਇਆ ਹਾਂ। ਤੇ ਉੱਥੇ ਉਹਨਾਂ ਨੇ ਉੱਥੇ ਕੀ ਸੀਨ ਬਣਿਆ, ਉਹ ਮੇਰੀ ਸ਼ਕਲ ਵੱਲ ਵੇਖੇ, ਮੈਂ ਉਹਦੀ ਸ਼ਕਲ ਵੱਲ ਵੇਖਾਂ, ਉਹ ਮੇਰੀ ਸ਼ਕਲ ਵੱਲ ਵੇਖ ਕੇ ਫਿਰ ਰਾਸ਼ਨ ਕਾਰਡ ਵੱਲ ਵੇਖੇ। ਉਹ ਫਿਰ ਕਹਿੰਦਾ ਆਪ ही हो ना अंकुश शर्मा। मैं क्या कोई शक है क्या। कह रहा हाँ शक तो है ही, तभी तो पूछ रहा हूँ। कह रहा इसमें आपके बाल नहीं इसमें। मैं कहा क्या हो गया फिर। मैं कहा शक्ल तो मिल रही है, अभी इतनी दाढ़ी भी नहीं आई मेरे, तो मिल तो रही है। कहता आप बैठो, मैं ऐसे नहीं कर सकता। ਮੈਨੂੰ ਲੱਗਿਆ ਕਿ ਉਹ ਸਹੀ ਸੀ ਆਪਣੀ ਜਗ੍ਹਾ, ਕਿ ਕੋਈ ਵੀ ਸ਼ਕਲ ਜਦੋਂ ਚੇਂਜ ਹੋ ਜਾਂਦੀ ਹੈ ਤੇ ਆਪਾਂ ਕਿੱਦਾਂ ਕਰਾਂਗੇ। ਉਹਨੇ ਜਿੱਦਾਂ 10 ਵਜਣ ਤੋਂ ਬਾਅਦ ਬੈਂਕ ਮੈਨੇਜਰ ਆ ਗਿਆ। ਉਹਨੇ ਮੇਰਾ ਕੇਸ ਜਾ ਕੇ ਉਹਨੂੰ ਦੱਸਿਆ ਕਿ ਇਹ ਬੰਦਾ ਆਇਆ ਹੈ, ਪਰ ਇਹਨੇ ਇਹ 'ਚ ਕੱਟਿਆ ਹੈਗਾ ਹੈ, ਇਹਦੀ ਫੋਟੋਆਂ ਵੀ ਜਿਹੜੀਆਂ ਹੈਗੀਆਂ ਉਹ ਹਜੇ ਹੁਣ ਇਹਨੇ ਸਜਾਈਆਂ। ਤੇ ਉਹ ਬੈਂਕ ਮੈਨੇਜਰ ਮੈਨੂੰ ਇਸ਼ਾਰਾ ਕੀਤਾ ਮੇਰੇ ਕਮਰੇ 'ਚ ਆ। ਆਉਂਦੇ ਸਾਰ ਹੀ ਜਦੋਂ ਮੈਂ ਵੜਿਆ ਨਾ, ਮੈਨੂੰ ਸੰਗਤ ਜੀ ਯਕੀਨ ਕਰਿਓ, ਮੈਨੂੰ ਏਦਾਂ ਲੱਗਿਆ ਮੇਰੇ ਨਾਲ ਗੁਰੂ ਪਾਤਸ਼ਾਹ ਵੀ ਅੰਦਰ ਵੜੇ ਮੇਰੇ। ਜਿੱਦਾਂ ਅਹਿਸਾਸ ਹੁੰਦਾ ਨਾ ਕਿ ਜਿੱਦਾਂ ਇੱਕ ਗੇਟ ਨਾਲ 2 ਬੰਦੇ ਤੁਰਦੇ ਪਏ ਆ, ਇੱਕ ਗੇਟ ਵਿੱਚ 2 ਬੰਦੇ ਨਿਕਲ ਰਹੇ ਆ। ਮੈਨੂੰ ਏਦਾਂ ਅਹਿਸਾਸ ਹੋਇਆ ਕਿ ਗੁਰੂ ਸਾਹਿਬ ਵੀ ਅੰਦਰ ਵੜ ਗਏ, ਤੇ ਮੇਰੇ ਅੰਦਰ ਬੜੀ ਪੋਜ਼ਿਟਿਵ ਵਾਈਬ੍ਰੇਸ਼ਨ ਚੱਲਣ ਲੱਗ ਗਈਆਂ ਕਿ ਹਾਂ ਕੰਮ ਹੋ ਜਾਣਾ। ਪਹਿਲੀ ਵਾਰੀ ਹਿਸਟਰੀ 'ਚ ਏਦਾਂ ਹੋਇਆ ਵਾਹਿਗੁਰੂ, ਮੈਂ ਬੜੇ ਸ਼ਾਰਟ 'ਚ ਦੱਸ ਰਿਹਾ ਕਿ ਸਮਾਂ ਨਾ ਲੱਗੇ ਜ਼ਿਆਦਾ। ਕਿਹੜੇ ਤੁਸੀਂ ਸਾਰਿਆਂ ਨੇ ਅਕਾਊਂਟ ਖੁਲਵਾਏ ਹੋਣੇ ਇਸ ਜ਼ਿੰਦਗੀ ਦੇ ਵਿੱਚ, ਤੁਹਾਡੇ ਕਿਸੇ ਬੈਂਕ ਮੈਨੇਜਰ ਨੇ ਫਾਰਮ ਭਰੇ, ਤੁਹਾਡੇ ਕਿਸੇ ਦੇ ਨਹੀਂ ਭਰੇ ਹੋਣਗੇ ਵਾਹਿਗੁਰੂ।
ਉਹ ਮੇਰੇ ਫਾਰਮ ਸਾਰਾ ਬੈਂਕ ਮੈਨੇਜਰ ਨੇ ਭਰਿਆ। ਮੇਰੀ ਗੱਲ ਸੁਣ ਕੇ ਜਦੋਂ ਮੈਨੂੰ ਫਤਿਹ ਬੁਲਾਈ, ਉਹ ਮੈਨੂੰ ਕਹਿੰਦਾ ਨਮਸਕਾਰ ਜੀ। ਮੈਂ ਉਹਨੂੰ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਮੇਰੇ ਵੱਲ ਵੇਖੇ ਤੇ ਮੈਂ ਕਿਹਾ ਵਾਹਿਗੁਰੂ ਜੀ ਇੱਦਾਂ ਦੀ ਗੱਲ ਹੈ ਕਿ ਮੈਨੂੰ ਸਪਿਰਿਚੁਅਲ ਲਾਈਫ ਬਹੁਤ ਪਸੰਦ ਹੈ। ਤੇ ਮੈਂ ਸਾਰੀ ਗੱਲ ਉਹਨੂੰ ਬਿਲਕੁਲ ਇੱਦਾਂ ਦੱਸੀ। 5 ਮਿੰਟ ਮੈਂ ਆਪਣੇ ਆਪ ਨੂੰ ਬਿਆਨ ਕੀਤਾ ਉੱਥੇ। ਕਹਿੰਦਾ ਪੈਨ ਕੱਢਿਆ ਉਹਨੇ ਆਪਣੇ ਡੈਸਕ ਖੋਲ ਕੇ ਤੇ ਫਾਰਮ, ਕਹਿੰਦਾ ਫਾਰਮ ਲਾਇਓ। ਮੈਂ ਕਹਾ ਉਹ ਬੰਦਾ ਮੇਰੇ ਨਾਲ ਗੱਲਾਂ ਕਰਦਾ ਰਿਹਾ ਤੇ ਮੇਰਾ ਫਾਰਮ ਭਰਦਾ ਰਿਹਾ। ਨਹੀਂ ਤਾਂ ਵਾਹਿਗੁਰੂ ਕਿਸੇ ਬੈਂਕ ਵਿੱਚ ਚੱਲ ਜਾਓ ਅੱਜ ਤੱਕ ਤੁਹਾਨੂੰ 3 ਤੋਂ 4 ਗੇੜੇ ਜ਼ਰੂਰ ਮਰਵਾਣੇ ਪੈਣਗੇ ਉਸ ਬੈਂਕ ਦਾ ਅਕਾਊਂਟ ਖੁਲਵਾਉਣ ਵਾਸਤੇ। ਤੇ ਇਹ ਪਹਿਲਾਂ ਦੀ, ਹੁਣ ਤਾਂ ਬੜਾ ਟੈਕਨੋਲੋਜੀ ਬੜੀ ਐਡਵਾਂਸ ਹੋ ਗਈ ਆ। ਤੇ ਉਸ ਬੈਂਕ ਮੈਨੇਜਰ ਨੇ ਮੇਰੇ ਨਾਲ ਮੇਰਾ ਸਾਰਾ ਫਾਰਮ ਭਰਿਆ। ਮੈਨੂੰ ਹੱਥੋਂ ਹੱਥ ਮਤਲਬ ਕਿ ਮੈਨੂੰ ਉਹ ਵੀ ਦੇਤਾ, ਪਾਸਬੁੱਕ ਵੀ ਦੇਤੀ ਉਹਨੇ ਮੇਰੀ, ਤੇ ਨਾਲ ਮੇਰੇ ਨਾਲ ਬੈਠ ਕੇ 2 ਘੰਟੇ ਵਿਚਾਰਾ ਕੀਤੀ ਉਹਨੇ। ਕਹਿੰਦਾ ਦੱਸੋ ਜੀ, ਕਹਿੰਦਾ ਕੋਈ ਗੁਰੂ ਕੀ ਬਾਤ ਸੁਣਾਓ ਜੀ ਆਪ। ਕਹਿੰਦਾ ਆਪका ਸਿੱਖ ਇਤਿਹਾਸ ਬਹੁਤ ਬੜਾ ਹੈ। ਮਤਲਬ ਕਿ ਗੱਲਾਂ ਦੇਖੋ ਉਹਦੀਆਂ। ਹਜੇ ਤੂੰ ਨਵਾਂ ਹੁਣੇ ਜੌਬ ਤੇ ਆਇਆ, ਤੂੰ ਆਪਣੀ ਜੌਬ ਬਾਰੇ ਪੁੱਛ ਕਿ ਤੇਰਾ ਕੀ ਕੰਮ ਪੈਂਡਿੰਗ ਪਿਆ ਹੈ ਨਾ। ਮਤਲਬ ਉਹ ਬੰਦੇ ਨੇ ਸਾਫ਼ ਹੀ, ਉਹਨੇ ਮੇਰੇ ਵਾਸਤੇ ਚਾਹ ਵੀ ਮੰਗਾਈ ਤੇ ਪਾਣੀ ਵੀ ਮੰਗਾਇਆ ਤੇ ਮੈਨੂੰ ਬੈਠ ਕੇ ਮਤਲਬ ਕਿ 2 ਘੰਟੇ ਉਸ ਬੰਦੇ ਨੇ ਮੈਨੂੰ ਗੁਰੂ ਦੀ ਗੱਲਾਂ ਕੀਤੀਆਂ। ਹੁਣ ਮੈਨੂੰ ਹਸੀਸ ਕਰਕੇ ਆ ਰਹੀ ਸੀ। ਉਹ ਹਿੰਦੀ 'ਚ ਗੱਲਾਂ ਕਰ ਰਿਹਾ ਸੀ, ਮੈਂ ਪੰਜਾਬੀ 'ਚ ਗੱਲਾਂ ਕਰ ਰਹੀ, ਪਰ ਸਮਝ ਦੋਨੋਂ ਪਾਸੇ ਆ ਰਹੀ ਸੀ। ਉਹ ਮੈਨੂੰ ਵੇਖਣ 'ਚ ਬੰਦਾ ਲੱਗ ਰਿਹਾ ਸੀ ਜਿੱਦਾਂ ਬੰਗਾਲੀ ਹੋਵੇ, ਪਰ ਮੈਨੂੰ ਏਦਾਂ ਲੱਗ ਰਿਹਾ ਸੀ ਮੈਂ ਪੰਜਾਬੀ 'ਚ ਹੀ ਗੱਲ ਕਰਨੀ, ਕਿਉਂਕਿ ਗੁਰੂ ਸਾਹਿਬ ਜੀ ਨਾਲ ਬੈਠੇ ਮੇਰੇ। ਤੁਸੀਂ ਯਕੀਨ ਕਰੋਗੇ ਵਾਹਿਗੁਰੂ ਕਿਸੇ ਆਮ ਬੰਦੇ ਦੇ ਕਿ ਪੰਜਾਬੀ ਹੁਣ ਦੇਖੋ ਅਹਿਸਾਸ ਕਿੱਦਾਂ ਹੁੰਦਾ ਗੁਰੂ ਪਾਤਸ਼ਾਹ ਜੀ ਦਾ। ਮੈਨੂੰ ਜੋ ਫੀਲ ਹੋਇਆ, ਮੈਂ ਪੰਜਾਬੀ 'ਚ ਗੱਲਾਂ ਕਰ ਰਿਹਾ, ਉਹ ਹਿੰਦੀ 'ਚ ਗੱਲਾਂ ਕਰ ਰਿਹਾ ਤੇ ਉਹਨੂੰ ਗੱਲ ਇੱਕ ਸਮਝ ਆ ਰਹੀ ਮੇਰੀ। ਮੈਨੂੰ ਫਿਰ ਸਮਝ ਆ ਗਈ ਉੱਥੇ ਬੈਂਕ ਮੈਨੇਜਰ ਨਹੀਂ ਬੈਠਾ, ਮੇਰਾ ਪਿਓ ਬੈਠਾ ਹੈ। ਬੱਚਾ ਨਾ, ਬੱਚੇ ਵਾਲੀ ਸੋਚ ਰੱਖੂੰਗਾ ਕਿ ਹਾਂ ਇਹ ਜਾਣ ਪਛਾਣ ਵਾਲਾ ਬੈਠਾ, ਮੇਰੀ ਗੱਲ ਸਮਝਦਾ ਪਿਆ। ਤੇ ਮੈਨੂੰ ਏਦਾਂ ਅਹਿਸਾਸ ਹੋਇਆ ਕਿ ਮੇਰਾ ਵਾਹਿਗੁਰੂ ਇਹ ਇੱਕ ਦਿਨ ਸੀ ਕਿ 1-2 ਘੰਟੇ ਵਿੱਚ ਮੇਰੀ ਸਾਰੀ ਚੀਜ਼ਾਂ ਬਣ ਗਈਆਂ। ਭਰਾ ਆਇਆ ਤੇ ਮੈਂ ਕਿਹਾ, ਕਹਿੰਦਾ ਹਾਂ ਬਣ ਗਿਆ ਤੇਰਾ। ਹੱਸਣ ਲੱਗ ਗਿਆ ਮੇਰੇ ਤੇ ਆ ਕੇ। ਕਹਿੰਦਾ ਹਜੇ ਹੁਣ ਕਦੋਂ ਆਉਣਾ, ਹੁਣ ਕਦੋਂ ਕੀ ਲੈ ਗਿਆ, ਹੁਣ ਕੀ ਬਣਵਾਉਣਾ। ਮੈਂ ਕਿਹਾ ਕੱਲ੍ਹ ਵਾਸਤੇ ਆਉਣਾ ਹੁਣ। ਕਹਿੰਦਾ ਦੁਬਾਰਾ ਆਉਣਾ ਪੈਣਾ ਤੈਨੂੰ ਅਕਾਊਂਟ ਖੁਲਵਾਉਣ ਵਾਸਤੇ, ਹਜੇ ਤਾਂ ਉਹਨਾਂ ਨੇ ਵੈਰੀਫਾਈ ਕੀਤਾ ਉਹਨੇ ਸਾਰੇ। ਮੈਂ ਕਿਹਾ ਨਹੀਂ ਬਣ ਗਿਆ ਮੇਰਾ। ਉਹਨੇ ਉਸੇ ਵੇਲੇ ਬ੍ਰੇਕ ਮਾਰੀ ਬਾਈਕ ਦੀ, ਕਹਿੰਦਾ ਹੈ ਬਣ ਗਿਆ ਤੇਰਾ। ਮੈਂ ਕਿਹਾ ਹਾਂ ਆ ਦੇਖ। ਉਹਨੇ ਬਾਈਕ ਖੜੀ ਕੀਤੀ, ਸਟੈਂਡ ਲਾਇਆ, ਉਹ ਏਦਾਂ ਚੈੱਕ ਕਰਨ ਲੱਗ ਗਿਆ ਜਿੱਦਾਂ ਪੁਲਿਸ ਵਾਲਾ ਹੁੰਦਾ। ਤੇ ਉਹ ਇੱਕ ਚੀਜ਼ ਵੇਖੇ, ਅੰਕੁਸ਼ ਸ਼ਰਮਾ ਏਦਾਂ ਦਾ ਸਾਰਾ ਉਹਨੇ ਮੇਰਾ। ਕਹਿੰਦਾ ਯਾਰ, ਕਹਿੰਦਾ ਇਹ ਕਿੱਦਾਂ ਹੋ ਗਿਆ। ਮੈਂ ਕਿਹਾ ਅੱਗੇ ਚੱਲ, ਹਜੇ ਬਹੁਤ ਕੁਛ ਰਹਿ ਗਿਆ ਬਣਾਉਣ ਵਾਸਤੇ। ਮੈਂ ਕਿਹਾ ਹੋਰ ਦੱਸ। ਤੇ ਉਹ ਪੂਰੇ ਰਸਤੇ ਮੈਂ ਨਾ ਬੋਲਿਆ ਨਹੀਂ, ਪਤਾ ਨਹੀਂ ਕਿਹੜੇ ਸਦਮੇ 'ਚ ਰਿਹਾ ਉਹ, ਕਿ ਉਹ ਮੇਰੇ ਰਸਤੇ ਬੋਲਿਆ ਨਹੀਂ। ਮੰਮੀ ਨੂੰ ਕਹਿੰਦਾ, ਮੰਮੀ ਨੂੰ ਬਾਅਦ 'ਚ ਦੱਸਿਆ ਮੈਨੂੰ। ਕਹਿੰਦਾ ਨੇ ਕੀ ਕੀਤਾ ਉੱਥੇ ਜਾ ਕੇ ਏਦਾਂ, ਕਿ ਇਹਦੇ 1 ਮਿੰਟ 2 ਕਹਿੰਦਾ ਕਿਸੇ ਦਾ ਅੱਜ ਤੱਕ ਨਹੀਂ ਬਣਿਆ, ਡੈਡੀ ਦਾ ਨਹੀਂ ਬਣਿਆ, ਮੇਰਾ ਨਹੀਂ ਬਣਿਆ 2 ਦਿਨਾਂ ਵਿੱਚ 2 ਘੰਟੇ, ਇਹਦਾ ਕਿੱਦਾਂ ਬਣ ਗਿਆ। ਮੰਮੀ ਚੁੱਪ, ਮੈਂ ਹੱਸੀ ਜਾਵਾਂ। ਮੈਂ ਕਿਹਾ ਹਾਂ ਹੁਣ, ਮੈਂ ਕਿਹਾ ਹੁਣ ਮੰਮਾ ਪਾਸਪੋਰਟ, ਹੁਣ 2 ਚੀਜ਼ਾਂ ਹੋ ਗਈਆਂ ਮੇਰੀਆਂ। ਹੁਣ ਇੱਕ ਬੈਂਕ ਪਾਸਬੁੱਕ ਹੋ ਗਈ, ਇੱਕ ਮੇਰਾ 10th ਦਾ ਸਰਟੀਫਿਕੇਟ ਹੋ ਗਿਆ। ਹੁਣ ਮੈਂ 2 ਚੀਜ਼ਾਂ ਵਾਸਤੇ ਅਪਲਾਈ ਕਰ ਸਕਦਾ ਸੀ, ਇੱਕ ਪ੍ਰਮਾਣ ਪੱਤਰ ਵਾਸਤੇ ਮਤਲਬ ਕਿ ਬਰਥ ਸਰਟੀਫਿਕੇਟ ਵਾਸਤੇ, ਤੇ ਦੂਜਾ ਆਪਣਾ ਵੋਟਰ ਆਈਡੀ ਕਾਰਡ ਵਾਸਤੇ। ਮੈਂ ਪਟਵਾਰੀ ਕੋ ਗਿਆ ਵਾਹਿਗੁਰੂ, ਪਟਵਾਰੀ ਕੋ ਜਾ ਕੇ ਉਹਨੇ ਕਿਹਾ ਕਿ 18 ਨੰਬਰ ਫਾਰਮ ਲੈ ਆਇਆ। ਮੈਂ ਅੱਜ ਸਿਰਫ ਮੈਂ ਡਾਕੂਮੈਂਟ ਦੀ ਗੱਲ ਦੱਸਾਂਗਾ ਅੱਜ ਦੇ ਵਿੱਚ, ਤਾਂ ਕਿ ਹਜੇ ਬਹੁਤ ਕੁਛ ਹੈਗਾ। ਤੇ ਮੈਂ ਪਟਵਾਰੀ ਕੋਲ ਗਿਆ, ਪਟਵਾਰੀ ਨੇ ਮੇਰੇ ਸਾਹਮਣੇ 1500 ਦੀ ਰਿਸ਼ਵਤ ਲਈ ਉੱਥੇ ਉਸ ਬੰਦੇ ਦੇ ਵੋਟਰ ਆਈਡੀ ਬਣਾਉਣ ਵਾਸਤੇ। ਉਹਦੇ ਸਾਰੇ ਉਹਨੇ 100 ਗਲਤੀਆਂ ਕੱਢਤੀਆਂ ਉਹਦੇ ਵਿੱਚ। यहाँ पे तुम्हारी डेट बर्थ नहीं है, वो नहीं है, कुछ नहीं है ਉਹਨੇ। ਤੇ ਜਦੋਂ ਮੈਂ ਬੈਠਾ ਨਾ, ਮੈਂ ਉੱਥੇ ਬੈਠ ਕੇ ਮੈਨੂੰ ਲੱਗਾ ਥੋੜਾ ਕਰਰਾ ਬੰਦਾ ਹੈਗਾ, ਤੇ ਮੈਂ ਸਿਮਰਨ ਕਰਨਾ ਸ਼ੁਰੂ ਕਰ ਉਹਨੇ। ਮੈਂ ਉੱਥੇ ਬੈਠਾ, ਮੇਰਾ ਭਰਾ ਆਪਣਾ ਫੋਨ ਦੇਖਦਾ ਰਿਹਾ, ਮੈਂ ਉੱਥੇ ਸਿਮਰਨ ਕਰਦਾ ਰਿਹਾ। ਵਾਹਿਗੁਰੂ ਜੀ, ਆਪ ਜੀ ਯਕੀਨ ਮੰਨोगे, वो पटवारी खुद उठ के आया मेरे को। कहता सरदार जी आपका वो कुछ बनना है। मैं कहा हाँ जी सर, मैं अपना वोटर आईडी कार्ड बनवाने आया हूँ। ਤੇ ਉਹ ਇੰਨੇ ਪਿਆਰ ਨਾਲ ਗੱਲ ਕਰੇ ਮੇਰੇ ਨਾਲ, ਪਤਾ ਜਿੱਦਾਂ ਮੈਂ ਮਤਲਬ ਕਿ ਮੈਂ ਆਪ ਜੀ ਨੂੰ ਦੱਸ ਨਹੀਂ ਸਕਦਾ ਕਿ ਇੰਨੇ ਪਿਆਰ ਨਾਲ ਤੇ ਸਤਿਕਾਰ ਨਾਲ ਗੱਲ ਕਰ ਰਿਹਾ ਸੀ ਮੇਰੇ ਨਾਲ ਪਟਵਾਰੀ, ਕਿ ਸ਼ਾਇਦ ਉਹ ਲੱਗ ਹੀ ਨਹੀਂ ਰਿਹਾ ਸੀ ਪਟਵਾਰੀ ਹੈ। ਨਹੀਂ ਤਾਂ ਇੰਡੀਅਨ ਮਾਹੌਲ ਦੇ ਵਿੱਚ ਅਗਰ ਕਿਸੇ ਪਟਵਾਰੀ ਨਾਲ ਗੱਲ ਕਰੋ ਤਾਂ ਉਹ ਏਦਾਂ ਸਮਝਦੇ ਜਿੱਦਾਂ ਤੇ ਕਰਜ਼ਾ ਲੈਣਾ ਹੁੰਦਾ ਕਿਸੇ ਤੋਂ। ਤੇ ਉਹਨੇ ਮੈਨੂੰ ਸਾਰੀ ਗੱਲ ਦੱਸੀ ਤੇ ਕਹਿੰਦਾ ਆਪਕੋ ਇਹ ਚਾਹੀਏ ਜੀ। ਮੈਂ ਕਿਹਾ ਮੇਰੇ ਪਾਸ ਸਭ ਕੁਛ ਹੈ ਜੀ। ਕਹਿੰਦਾ ਵਾਹ ਜੀ ਆਪ ਬੈਠੋ ਵੀ। ਕਹਿੰਦਾ ਕਿਆ ਲੋਗੇ। ਮੈਂ ਕਿਹਾ ਮੈਨੂੰ ਕੁਛ ਨਹੀਂ ਚਾਹੀਦਾ, ਮੈਂ ਕਿਹਾ ਇਹ ਕੰਮ ਹੋਣਾ। ਤੇ ਉਹ ਮੇਰੇ ਵੱਲ ਚਿਹਰੇ ਵੱਲ ਵੇਖੇ, ਫਾਰਮ ਭਰੇ, ਚਿਹਰੇ ਵੱਲ ਵੇਖੇ ਫਾਰਮ, ਉਹਨੇ ਮੈਨੂੰ ਸਾਰਾ ਦੱਸਤਾ। ਮੈਂ ਆਪਣਾ ਫਾਰਮ ਭਰਿਆ ਤੇ ਵਾਹਿਗੁਰੂ ਉਹਨੇ ਪਤਾ ਨਹੀਂ ਕੀ ਇੱਕ ਲੈਟਰ ਜਿਹਾ ਲਿਖਿਆ ਮੇਰੇ ਥੱਲੇ, ਪਤਾ ਨਹੀਂ, ਮੈਂ ਸੱਚੀ ਦੱਸ ਰਿਹਾ। ਮੇਰੇ ਭਰਾ ਕਹਿੰਦਾ ਆਹ ਕੀ ਲਿਖਿਆ, ਉਹਦੀ ਜਿਹੜੀ ਆਪਣੀ ਲੈਂਗੁਏਜ ਹੁੰਦੀ ਨਾ ਉਹਨਾਂ ਦੀ, ਪਤਾ ਨਹੀਂ ਉਹਨੇ ਕੀ ਲਿਖਿਆ। ਮੇਰਾ ਵਾਹਿਗੁਰੂ ਉਹ ਕਿਸੇ ਵੀ, ਮੈਂ ਮੈਜਿਸਟ੍ਰੇਟ ਉੱਥੇ ਆਫਿਸ ਗਿਆ, SDM ਦੇ ਆਫਿਸ ਗਿਆ, ਉੱਥੇ ਜਾ ਕੇ ਮੇਰਾ ਇੱਕਦਮ ਅੰਦਰ ਪਾਸ ਬਣ ਗਿਆ, ਉੱਥੇ ਜਾ ਕੇ ਮੇਰੇ ਸਟੈਂਪ ਲੱਗ ਗਈ। ਮਤਲਬ ਕਿ ਕਿਤੇ ਮੇਰਾ ਕੋਈ ਕੰਮ ਰੁਕਿਆ ਹੀ ਨਹੀਂ। ਅੰਗੀਕਾਰ ਕਰੇ ਤੇਰਾ ਕਾਜ ਸਭ ਸਵਾਰਨ ਵਾਲੀ ਗੱਲ ਉਦੋਂ ਇੰਨੀ ਬਾਣੀ ਚੇਤੇ ਸੀ ਮੈਨੂੰ, ਕਿਉਂਕਿ ਮੈਂ ਇੰਨੀ ਬਾਣੀ ਪੜ੍ਹਦਾ ਸੀਗਾ। ਮੈਨੂੰ ਇੱਕ ਹੀ ਗੱਲ ਕੰਨਾਂ ਵਿੱਚ ਵੱਜੀ ਜਾਵੇ ਮੇਰੇ,
अंगीकार करे तेरा काज सब सवारना, अंगीकार करे तेरा काज सब सवारना, क्योंकि आनंद ਸਾਹਿਬ ਬੜਾ ਸੌਖਾ ਹੁੰਦਾ ਤੇ ਬੱਚਾ ਵੀ ਯਾਦ ਕਰ ਲੈਣਾ। ਤੇ ਮੇਰੇ ਕੰਨਾਂ ਵਿੱਚ ਤੁਸੀਂ ਯਕੀਨ ਕਰੋਗੇ ਸੰਗਤ ਜੀ, ਮੈਨੂੰ SDM ਜਿੱਥੇ ਲੋਕਾਂ ਦੀ ਲਾਈਨਾਂ ਲੱਗਦੀਆਂ, ਮੈਨੂੰ ਪਿੱਛੇ ਵਾਲੇ ਪਾਸੇ ਵਾੜਿਆ ਗਿਆ ਦਰਵਾਜ਼ੇ ਵਿੱਚੋਂ। ਪਤਾ ਨਹੀਂ ਉਹ ਬੰਦੇ ਨੇ ਕਾਲੇ ਅਕਸ਼ਰਾਂ 'ਚ ਕੀ ਲਿਖਿਆ, ਮੈਨੂੰ ਅੱਜ ਤੱਕ ਨਹੀਂ ਸਮਝ ਆਈ ਇਹ ਗੱਲ ਕਿ ਉਹ ਬੰਦੇ ਨੇ ਕੀ ਅਜੀ ਸਿਫਾਰਿਸ਼ ਲਿਖੀ ਮੇਰੇ ਅੱਗੇ। ਮੇਰਾ ਭਾਈ ਉਸੇ ਦਿਨ ਹੀ ਮੇਰਾ ਮਤਲਬ ਕਿ ਵੋਟਰ ID ਕਾਰਡ ਅਪਲਾਈ ਹੋ ਗਿਆ ਤੇ ਠੀਕ 2 ਮਹੀਨੇ ਬਾਅਦ ਮੇਰਾ ਮਤਲਬ ਕਿ ਜਦੋਂ ਮੈਂ ਫਾਰਮ ਲੈ ਕੇ ਆ ਗਿਆ ਤੇ ਭਰਾ ਵੀ ਹੈਰਾਨ ਸੀ ਮੇਰਾ, ਉਹ ਬਸ ਬੋਲ ਨਹੀਂ ਰਿਹਾ ਸੀਗਾ ਕਿ ਹੋ ਕੀ ਰਿਹਾ। ਤੇ ਮੰਮੀ ਕਹਿੰਦਾ ਇਹ ਨਾ ਤਾਂਤਰਿਕ ਬਣ ਗਿਆ। ਮੇਰੇ ਮੰਮੀ ਕਹਿੰਦਾ ਭਰਾ ਨੂੰ, ਮੰਮੀ ਨੂੰ ਕਹਿੰਦਾ ਆ ਕੇ, ਮੰਮੀ ਕਹਿੰਦੇ ਕੀ ਬਕਵਾਸ ਕਰ ਰਿਹਾ ਤੂੰ। ਕਹਿੰਦਾ ਮੰਮੀ ਮੈਂ ਜੋ ਦੇਖ ਰਿਹਾ ਤੁਸੀਂ ਸੋਚ ਨਹੀਂ ਸਕਦੇ। ਕਹਿੰਦੇ ਤਾਂਤਰਿਕ ਬਣਿਆ, ਕਹਿੰਦਾ ਬੰਦੇ ਨੂੰ ਵਸ ਚ ਕਰ ਲੈਂਦਾ ਆ। ਮੈਂ ਹੱਸੀ ਜਾਵਾਂ, ਮੈਂ ਕਿਹਾ ਬਸ ਚ ਇਹ ਕੀ ਚੀਜ਼ ਹੁੰਦੀ ਹੈ। ਮੰਮੀ ਕਹਿੰਦੇ ਕੀ ਗੱਲਾਂ ਕਰ ਰਿਹਾ ਤੂੰ। ਕਹਿੰਦੇ ਹਾਂ, ਕਹਿੰਦਾ ਇਹ ਬੰਦੇ ਦੇ ਆਪ ਕੰਮ ਕਰਦੇ। ਕਹਿੰਦਾ ਉੱਥੇ ਮਜਿਸਟਰੇਟ SDM ਆਫਿਸ ਗਏ, ਉੱਥੇ ਇੰਨੀ ਲੰਬੀ ਲਾਈਨ ਲੱਗੀ, ਬੰਦੇ ਨੇ ਪਿੱਛੇ ਵਾਲੇ ਪਾਸੇ ਵਾੜ ਲਿਆ ਇਹਨੂੰ ਕੰਮ ਕਰਾਂ, ਮਿੰਟਾਂ ਚ ਸਟੈਂਪ ਮਾਰ ਕੇ ਬਾਹਰ ਆ ਗਿਆ। ਤੇ ਮੰਮੀ ਕਹਿੰਦੇ ਸਟੈਂਪ ਵੀ ਵੱਜ ਗਈ ਦੀ। ਕਹਿੰਦਾ ਹਾਂ ਵੱਜ ਗਈ, ਕਿਉਂਕਿ ਸਭ ਨੇ ਪਾਸ ਆਪਣੇ ਵੋਟਰ ID ਕਾਰਡ ਅਪਲਾਈ ਕੀਤੇ ਹੁੰਦੇ ਆ। ਵਾਹਿਗੁਰੂ ਤੁਸੀਂ ਯਕੀਨ ਕਰੋ ਕਿ ਮੈਂ 7 ਦਿਨ ਰਿਹਾ, 7 ਦਿਨ ਦੇ ਵਿੱਚ ਮੇਰੀ 4 ਆਈਡੀਆਂ ਅਪਲਾਈ ਹੋ ਚੁੱਕੀਆਂ ਸੀਗੀਆਂ। ਪਹਿਲਾ ਆਪਣਾ ਬੈਂਕ ਵੋਟਰ ID ਕਾਰਡ, ਦੂਜਾ ਆਪਣਾ ਮਤਲਬ ਬੈਂਕ ਪਾਸਬੁੱਕ ਅਪਲਾਈ ਹੋ ਗਈ, ਦੂਜਾ ਵੋਟਰ ID ਕਾਰਡ ਹੋ ਗਿਆ ਸੀਗਾ, ਜਿਸ ਮੇਰਾ ਬਰਥ ਸਰਟੀਫਿਕੇਟ ਅਪਲਾਈ ਹੋ ਗਿਆ ਸੀਗਾ। ਬਰਥ ਸਰਟੀਫਿਕੇਟ ਤੇ ਵਾਹਿਗੁਰੂ ਆਪ ਜੀ ਯਕੀਨ ਕਰੋਗੇ, ਆਪ ਜੀ ਨੂੰ ਪਤਾ ਹੋਏਗਾ ਕਿ ਬਰਥ ਸਰਟੀਫਿਕੇਟ ਜਿਹਦਾ ਵੀ ਬਣਾਉਂਦੇ ਸਾਨੂੰ ਬਚਪਨ ਦੇ ਜਿਹੜੇ ਹਸਪੀਟਲ ਦੀ ਰਿਪੋਰਟ ਚਾਹੀਦੀ ਹੁੰਦੀ, ਰਿਕਾਰਡ ਚਾਹੀਦਾ ਹੁੰਦਾ। ਮੈਨੂੰ ਕਿਸੇ ਨੇ ਕੁਛ ਨਹੀਂ ਪੁੱਛਿਆ ਉੱਥੇ। ਮੇਰਾ ਗੁਰੂ ਇੰਨਾ ਵਰਤ ਰਿਹਾ ਸੀਗਾ, ਏਦਾਂ ਵਰਤ ਰਿਹਾ ਸੀ ਜਿੱਦਾਂ ਇੱਕ ਬੰਦਾ ਨਾਲ ਚੱਲ ਰਿਹਾ ਤੇ ਸਾਰੇ ਕੰਮ ਉਹਦੇ ਗੁਰੂ ਪਾਤਸ਼ਾਹ ਜੀ ਕਰਦੇ ਪਏ। ਤੇ ਮੈਂ ਫਿਕਰ ਹੋ ਕੇ, ਮੈਂ ਪਹਿਲਾਂ ਗੱਲ ਦੱਸੀ ਨਾ, ਜਦੋਂ ਤੁਸੀਂ ਗੁਰੂ ਦੇ ਗੱਲ ਛੱਡ ਦੋਗੇ ਨਾ, ਤੁਹਾਡੀ ਪੰਡ ਤੁਹਾਡੇ ਸਿਰ ਤੋਂ ਉੱਠੀ ਜਾਣੀ ਆ। ਉਹਨੇ ਪੰਡ ਮੇਰੇ ਆਪਣੀ ਸਿਰ ਤੇ ਰੱਖ ਲਈ। ਵਾਹਿਗੁਰੂ ਮੇਰਾ 7 ਦਿਨ ਦੇ ਵਿੱਚ ਮੇਰੇ 4 ਆਈਡੀ ਉਹ ਇਹ ਮੈਂ ਚੈਲੰਜ ਦੇ ਸਕਦਾ, ਹਜੇ ਵੀ ਚੈਲੰਜ ਦੇ ਸਕਦਾ ਕਿ ਕੋਈ ਬੰਦਾ 7 ਦਿਨ ਦੇ ਅੰਦਰ 4 ਚੀਜ਼ਾਂ ਅਪਲਾਈ ਕਰਕੇ ਦਿਖਾ ਦਿੰਦਾ ਤੇ ਨਹੀਂ ਹੋ ਸਕਦੀਆਂ। ਵਾਹਿਗੁਰੂ ਉਸ ਟਾਈਮ ਸਮਾਂ ਹੋਰ ਸੀਗਾ। ਇਹ ਗੱਲ ਹੈਗੀ 2011 ਦੇ ਦਸੰਬਰ ਜਨਵਰੀ ਦੀ ਗੱਲ ਹੈ। ਉਸ ਟਾਈਮ ਇੰਨਾ ਸਭ ਕੁਛ ਨਹੀਂ, ਕੋਈ ਮਤਲਬ ਬਾਇਓਮੈਟ੍ਰਿਕ ਨਹੀਂ ਸੀ, ਕੋਈ ਕੁਛ ਨਹੀਂ ਸੀਗਾ ਉਦੋਂ। ਤੇ ਮਤਲਬ ਕਿ ਗੁਰੂ ਪਾਤਸ਼ਾਹ ਜੀ ਨੇ ਏਦਾਂ ਮੇਰੇ ਨਾਲ ਵਰਤ ਰਹੇ ਸੀਗੇ ਤੇ ਮੇਰੇ ਘਰ ਵਾਲੇ ਹੈਰਾਨ। ਜਦੋਂ ਮੈਂ ਸੋਚਿਆ 7 ਦਿਨ ਰਹਿ ਕੇ ਹੋਰ ਰੁਕਾਂਗਾ, ਪਰ 7 ਦਿਨ ਤੱਕ ਮੇਰੇ ਗੁਰੂ ਪਾਤਸ਼ਾਹ ਜੀ ਨੇ ਮਤਲਬ ਕਿ ਬਹੁਤ ਘਰ ਦਾ ਮਾਹੌਲ ਚੇਂਜ ਕਰ ਦਿੱਤਾ ਸੀਗਾ। ਤੇ ਫਿਰ ਮੈਂ ਆ ਗਿਆ ਵਾਪਿਸ। ਆਉਂਦੇ ਸਾਰੀ ਮੇਰੇ ਭਰਾ ਦੀ ਬੋਲੀ ਵੀ ਮੇਰੇ ਨਾਲ ਚੇਂਜ ਹੋ ਗਈ ਸੀਗੀ ਕਿ ਤੇ ਮੈਨੂੰ ਇੱਕ ਦਿਨ ਫੋਨ ਕਰਕੇ ਕਹਿੰਦਾ ਮੈਨੂੰ ਗੱਲ ਤਾਂ ਦੱਸ। ਕਹਿੰਦਾ ਹਾਂ। ਕਹਿੰਦਾ ਤੈਨੂੰ ਕਿਸ ਚੀਜ਼ ਨੇ ਇਹਦੇ ਵਾਸਤੇ ਪ੍ਰੇਰਿਆ। ਮੈਂ ਕਿਹਾ ਮੈਂ ਤੈਨੂੰ ਹਜੇ ਨਹੀਂ ਦੱਸ ਸਕਦਾ ਇਹ ਗੱਲ ਬੜੀ। ਮੈਂ ਕਿਹਾ ਜੋ ਮੇਰੇ ਨਾਲ ਕੁਛ ਹੋਇਆ, ਅਗਰ ਮੈਂ ਤੈਨੂੰ ਦੱਸੂਗਾ ਤੂੰ ਮੈਨੂੰ ਵਾਪਿਸ ਬੁਲਾ ਲੈਣਾ ਕਿ ਤੂੰ ਸੱਚੀ ਤੈਨੂੰ ਕਿਸੇ ਨੇ ਕੁਛ ਕਰ ਦਿੱਤਾ। ਤੇ ਇਸ ਕਰਕੇ ਮੈਂ ਤੈਨੂੰ ਹਜੇ ਦੱਸ ਨਹੀਂ ਸਕਦਾ, ਸਮਾਨ ਤੇ ਮੈਂ ਤੈਨੂੰ ਜ਼ਰੂਰ ਦੱਸੂਗਾ। ਤੇ ਮੈਂ ਇਦਾਂ ਜਦੋਂ ਚੱਲਦਾ ਰਿਹਾ ਤੇ ਫਿਰ ਆਪਾਂ ਇੱਕ ਦਿਨ, ਮੈਂ ਤੁਹਾਨੂੰ ਗੱਲ ਦੱਸਦਾ ਬੜੀ ਛੋਟੀ ਜੀ, ਜਨਮ ਮਰਨ ਦਾ ਭਾਵ ਗਿਆ ਵਾਲੀ ਗੱਲ। ਮੈਂ ਸ਼ਾਇਦ ਬੱਚੇ ਵਾਲੀ ਗੱਲ ਕਰੂੰਗਾ, ਸ਼ਾਇਦ ਤੁਹਾਨੂੰ ਕੁਝ ਸਿੱਖਣ ਨੂੰ ਮਿਲ ਜਾਏਗਾ। ਕੁਝ ਸਮੇਂ ਬਾਅਦ ਮੈਨੂੰ ਕਈ ਚੀਜ਼ਾਂ ਯਾਦ ਵੀ ਨਹੀਂ ਹੈਗੀ, ਜਿੱਦਾਂ ਯਾਦ ਆਉਣਗੀਆਂ ਮੈਂ ਸੰਗਤ ਨਾਲ ਜ਼ਰੂਰ ਸ਼ੇਅਰ ਕਰੂੰਗਾ। ਤੇ ਇੱਕ ਦਿਨ ਮੈਨੂੰ ਅਸੀਂ ਇੱਕ ਨਾ ਆਦਮਪੁਰ ਸਮਾਗਮ ਸੀਗਾ ਤੇ ਮੈਂ ਹੁਣ ਜਸਟ ਉਹਨੇ ਇੱਕ ਗੱਲ ਚੇਤੇ ਆਈ ਹੈ ਤੇ ਵਿੱਚੋਂ ਮੈਂ ਕਈ ਗੱਲ ਵਿਸਰ ਵੀ ਰਹੀ ਹੈ ਮੈਨੂੰ। ਤੇ ਮੈਨੂੰ ਨਾ ਕੈਨੇਡਾ ਸੰਗਤ ਆਈ ਸੀ, ਉਹਨਾਂ ਨੇ ਮੈਨੂੰ ਇੱਕ ਆਈਪੋਡ ਲੈ ਕੇ ਦਿੱਤਾ। ਕਹਿੰਦੇ ਗੁਰਨੂਰ ਸਿੰਘ ਇਹ ਆਈਪੋਡ ਹੈ, ਇਹਦੇ ਵਿੱਚ ਨਾ ਭਾਈ ਸਾਹਿਬ ਦੀ ਸਾਰੀ ਕਥਾ ਹੈਗੀ ਆ, ਸਾਰਾ ਸਿਮਰਨ ਹੈਗਾ, ਬੜਾ ਕੁਛ ਹੈਗਾ ਇਹਦੇ ਵਿੱਚ। 83 GB ਪਤਾ ਨਹੀਂ 80 GB ਪਤਾ ਨਹੀਂ ਕਿਸ GB ਦਾ ਮੈਨੂੰ ਉਹਨੇ ਆਈਪੋਡ ਦਿੱਤਾ ਸੀਗਾ, ਜਿਹੜਾ ਕੰਨਾਂ ਲੱਗੇ। ਮੈਂ 4 ਦਿਨ ਇੰਨਾ ਜੁੜਿਆ ਆਈਪੋਡ ਨਾਲ, ਮੈਨੂੰ ਇਹ ਸਮਝ ਆ ਗਈ। ਮੈਂ ਕਿਹਾ ਤੂੰ ਨਾ ਅਪਾਹਿਜ ਬਣਦਾ ਪਿਆ, ਅਪਾਹਿਜ। ਜਦੋਂ ਤੱਕ ਤੇਰੇ ਕੋਲ ਆਈਪੋਡ ਹੈਗਾ ਤਬ ਤੱਕ ਤੂੰ ਕਰ ਰਿਹਾ, ਨਹੀਂ ਤਾਂ ਨਹੀਂ ਕਰ ਰਿਹਾ। ਮੈਂ ਉਸ ਤੋਂ ਬਾਅਦ ਵਾਹਿਗੁਰੂ ਮੇਰੀ ਕੰਪਲੀਟ ਡਿਗਰੀ ਸੀ ਤੇ ਮੈਨੂੰ ਕਿਸੇ ਨੇ ਕਿਹਾ ਕਿ ਤੇਰੀ ਨਾ ਮਤਲਬ ਕਿ ਜੌਬ ਮਿਲਦੀ ਨਹੀਂ ਪਈ ਸੀ। ਕਹਿੰਦੇ ਤੂੰ ਆਪਣੇ ਡਾਕੂਮੈਂਟਸ ਲੈ ਆ ਸਾਰੇ ਘਰੋਂ ਜਾ ਕੇ। ਮੁਰਾਦਾਬਾਦ ਸਾਡੇ ਆਉਂਦੇ ਰਸਤੇ 'ਚ ਮੁਰਾਦਾਬਾਦ ਆਉਂਦਾ ਤੇ ਸ਼ਾਮ ਨੂੰ 10 ਵਜੇ ਸੀ, ਮੈਂ 11 ਵਜੇ ਮੇਰੀ ਟ੍ਰੇਨ ਰੁਕਣੀ ਸੀ ਉੱਥੇ ਤੇ ਮੈਂ ਉਤਰਨਾ ਸੀਗਾ। ਉਹ ਆਈਪੋਡ ਮੈਂ ਹਜੇ ਟ੍ਰੇਨ ਚੱਲਦੀ ਪਈ ਸੀ ਮੇਰੀ, ਮਤਲਬ ਕਿ ਇੱਕ ਸਟੇਸ਼ਨ ਤੋਂ ਟ੍ਰੇਨ ਨਿਕਲੀ ਤੇ ਜਿੱਦਾਂ ਸਪੀਡ ਫੜਦੀ ਹੁੰਦੀ ਹੈ ਨਾ ਤੇ 40 ਤੋਂ 50 ਦੀ ਸਪੀਡ ਹੋਣੀ ਆ, ਤੇ ਉਹ ਚੱਲਦੀ ਪਈ ਸੀਗੀ ਟ੍ਰੇਨ ਦੀ ਸਪੀਡ। ਤੇ ਉਹ ਜਿਹੜੇ ਅੱਜ ਇੱਕ ਚੋਰ ਸੀਗੇ ਉਸ ਟਾਈਮ ਉੱਥੇ ਖੜੇ ਸੀ ਰੇਲ ਪਟਰੀ ਤੇ। ਜਦੋਂ ਸਟੇਸ਼ਨ ਤੋਂ ਰੇਲ ਚੱਲਦੀ ਹੈ ਨਾ ਉਹਦੀ ਸਪੀਡ ਥੋੜੀ ਘੱਟ ਹੁੰਦੀ ਆ ਤੇ ਕੁਝ ਸਮੇਂ ਤੱਕ ਜਿਹੜੇ ਚੋਰ ਹੁੰਦੇ ਨਾ ਉੱਥੇ ਖੜੇ ਹੁੰਦੇ ਆ ਕਿ ਕੋਈ ਵੀ ਚੀਜ਼ ਬੰਦਾ ਬਾਹਰ ਲਟਕਦਾ ਹੋਵੇ ਉਹਦੀ ਜੇਬ ਤੋੜ ਲੈਣੀ ਜਾਂ ਕੁਝ ਹੱਥ 'ਚ ਫੋਨ ਫੜਿਆ ਗਿਆ ਫੋਨ ਛਿਲ ਲੈਣਾ। ਉਹ ਸੀਨ ਮੇਰੇ ਨਾਲ ਹੋਇਆ ਕਿ ਉਹਨਾਂ ਨੇ ਮੇਰੇ ਹੱਥ 'ਚ ਪੱਟਾ ਮਾਰ ਕੇ ਮੇਰਾ ਫੋਨ ਛਿਲਿਆ ਤੇ ਗੱਡੀ ਤੋਂ ਕੁੱਦ ਗਏ। ਮਤਲਬ ਕਿ ਚੜੇ ਤੇ ਕੁੱਦ ਗਏ। ਤੇ ਮੈਂ ਕਿਹਾ ਮੇਰਾ ਵਾਹਿਗੁਰੂ ਚਲਾ ਗਿਆ। ਮੈਂ ਜਸਟ ਇੰਨਾ ਹੀ ਸੋਚਿਆ।
ਮੈਨੂੰ ਇਹ ਸੋਚਦੇ ਟ੍ਰੇਨ ਦੀ ਸਪੀਡ ਇੰਨੀ ਵੱਧ ਚੁੱਕੀ ਸੀ, ਸ਼ਾਇਦ ਕੋਈ ਹੋਰ ਹੁੰਦਾ ਤਾਂ ਕਦੀ ਛਾਲ ਮਾਰਦਾ ਹੀ ਨਾ। ਯਕੀਨ ਕਰੋ ਸੰਗਤ ਚ ਜਦੋਂ ਮੈਨੂੰ ਇੰਨਾ ਅਹਿਸਾਸ ਹੋਇਆ ਕਿ ਮੇਰਾ ਵਾਹਿਗੁਰੂ ਚਲਾ ਗਿਆ, ਮੈਨੂੰ ਸੰਗਤ ਨੇ ਉਹ ਚੀਜ਼, ਸੰਗਤ ਦੀ ਚੀਜ਼ ਸੀ ਉਹ ਤਾਂ, ਮੈਂ ਕਿੱਦਾਂ ਛੱਡ, ਮੈਂ ਵੀ ਜੰਪ ਮਾਰਤੀ ਉੱਥੇ ਤੇ ਮੈਂ ਬੜੀ ਦੂਰ ਰਗੜਦਾ ਆ ਗਿਆ। ਪਰ ਯਕੀਨ ਕਰਿਓ ਮੈਨੂੰ ਇੰਨੀ ਹਿੰਮਤ ਮਿਲੀ ਉਸ ਚੀਜ਼ ਦੀ ਕਿ ਮੈਂ ਉਸ ਚੀਜ਼ ਵਾਸਤੇ ਭੱਜਿਆ, ਲਿਟਰਲੀ ਭੱਜਿਆ ਉਹ ਬੰਦੇ ਪਿੱਛੇ। ਪਰ ਗੱਡੀ ਖੜੀ ਦੇ ਵਿੱਚੋਂ ਬੰਦਾ ਜਦੋਂ ਟ੍ਰੇਨ ਨਿਕਲੀ ਤੇ ਉਹ ਬੰਦਾ, ਮੈਂ ਉਹਦੇ 2-3 ਸੱਚੀ ਦਾ ਪੱਥਰ ਹੀ ਫੈਕੇ ਉਹਦੇ ਵੱਲ ਕਿ ਬੰਦਾ ਰੁਕ ਜੇ, ਮੈਨੂੰ ਕਹਿਣਾ ਕੁਛ ਨਹੀਂ ਸੀਗਾ, ਪਰ ਮੈਨੂੰ ਇਹ ਸੀਗਾ ਰੁਕ ਜਾ, ਮੈਨੂੰ ਮੇਰੀ ਚੀਜ਼ ਦੇ ਦੇ। ਪਰ ਨਹੀਂ ਮਿਲਿਆ। ਮੈਂ ਜਦੋਂ ਇੱਕਦਮ ਮੈਂ ਰਸਤੇ ਵਿੱਚ ਉਤਰ ਗਿਆ, ਹੁਣ ਮੈਨੂੰ ਜਾਣਾ ਸੀ ਅੱਗੇ। ਮੈਂ ਗੁਰੂ ਪਾਤਸ਼ਾਹ ਨੂੰ ਮੈਂ ਕਿਹਾ ਗੁਰੂ ਪਾਤਸ਼ਾਹ 2 ਚੀਜ਼ਾਂ ਹੋ ਗਈਆਂ, ਇੱਕ ਤਾਂ ਮੈਂ ਹੁਣ ਮੇਰਾ ਸਮਾਨ ਚਲਾ ਗਿਆ, ਦੂਜਾ ਮੈਂ ਕਿਹਾ ਹੁਣ ਇਹ ਵੀ ਜਗ੍ਹਾ ਉਤਰ ਗਿਆ ਜਿੱਥੋਂ ਸਟੇਸ਼ਨ ਵੀ ਬਹੁਤ ਦੂਰ ਆ ਤੇ ਨੇੜੇ ਥੇੜੇ ਘਰ ਵੀ ਕੋਈ ਨਹੀਂ ਹੈਗਾ, ਤੇ ਰਾਤ ਦੇ 10-10:30 ਵੱਜ ਗਏ ਤੇ ਮੇਰੀ 11 ਵਜੇ ਟ੍ਰੇਨ ਆ। ਵਾਹਿਗੁਰੂ ਇੱਕ ਸਿੰਘ ਆਇਆ ਮੋਟਰਸਾਈਕਲ ਤੇ, ਕਹਿੰਦਾ ਹਾਂਜੀ ਭਾਜੀ ਇੱਥੇ ਕਿੱਦਾਂ? ਮੈਂ ਕਿਹਾ ਵਾਹਿਗੁਰੂ ਕੁਛ ਨਹੀਂ, ਮੇਰਾ ਕੁਛ ਸਮਾਨ ਚੋਰੀ ਹੋ ਗਿਆ। ਉਹ ਕਹਿੰਦਾ ਕੋਈ ਗੱਲ ਨਹੀਂ, ਜਿਸकी ਬਸ ਸੋਈ ਲੈ ਜਾਏਗਾ, ਕਿਸ ਆਗੇ ਕੀਜੇ ਰੋਸ, ਹਨਾ। ਮੈਂ ਉਹਦੀ ਮੈਨੂੰ ਤਾਂ ਗੁਰੂ ਵਾਲੀ ਪਤਾ ਨਹੀਂ ਸੀ ਨਾ। ਕਹਿੰਦਾ, ਮੈਂ ਕਿਹਾ ਹੈ, ਮੈਂ ਕਿਹਾ ਭਾਜੀ ਕੀ ਕਿਹਾ ਤੁਸੀਂ, ਦੁਬਾਰਾ ਬੋਲਿਓ। ਫਿਰ ਉਹਨੇ ਵਾਲੀ ਤੱਕ ਨਹੀਂ, ਜਿਸकी ਸੋਈ ਲੈ ਜਾਏ ਕਿਸ ਆਗੇ ਕੀਜੇ ਰੋਸ। ਮਤਲਬ ਕਿ ਮੈਨੂੰ ਸ਼ਾਇਦ ਮੈਂ ਗਲਤ ਬੋਲ ਰਿਹਾ ਅਜੇ, ਬਟ ਇਹੀ ਤੁਕ ਸੀਗੀ ਉਦੋਂ। ਤੇ ਮਤਲਬ ਕਿ जिसकी वस्त सोई ले जाएगा रोज किसी से क्या कीजिए। ਹਾਂ ਇਹ ਸੌਰੀ ਮੈਨੂੰ ਲੱਗ ਰਿਹਾ ਸੀ ਮੈਂ ਗਲਤ ਬੋਲ ਰਿਹਾ। ਤੇ ਉਹਨੇ, ਮੈਂ ਕਿਹਾ ਅੱਛਾ, ਮੈਂ ਕਿਹਾ ਮੈਂ ਸਾਰੇ ਰਸਤੇ ਵਾਹਿਗੁਰੂ, ਮੈਨੂੰ ਉਹਨੇ ਨਾ ਰੋਡ ਤੇ ਖੜਾ ਕੀਤਾ, ਰੋਡ ਤੇ ਖੜੇ ਹੁੰਦੇ ਸਾਰੀ ਮੇਰੇ ਕੋਲ ਬੱਸ ਆ ਗਈ ਨਾ, ਮੈਨੂੰ ਬੰਦਾ ਦਿਖਿਆ ਰੋਡ ਤੇ, ਕਿਉਂਕਿ ਹੁਣ ਦੇਖੋ ਬੰਦੇ ਨੇ ਖੜਾ ਕੀਤਾ ਤੇ ਬਾਈਕ ਨਾ ਇੱਧਰ ਵਾਲੇ ਪਾਸੇ ਕੁਛ, ਨਾ ਇੱਧਰ ਵਾਲੇ ਪਾਸੇ, ਉਹਨੇ ਅੱਗੇ ਦਿਖਣਾ ਸੀਗਾ, ਕੋਈ ਬੰਦਾ ਹੁੰਦਾ ਨਾ ਉਹਨੇ ਦਿਖਣਾ ਸੀਗਾ ਬਾਈਕ ਤੇ ਜਾਂਦੇ, ਤੇ ਮੈਂ ਉਹਨੂੰ ਸੋਚਿਆ ਮੈਂ ਹੱਥ ਲਾਉਂਗਾ, ਉਹਨੂੰ ਸ਼ੁਕਰ ਕਰੂੰਗਾ, ਥੈਂਕ ਯੂ ਬੋਲੂੰਗਾ। ਨਾ ਮੈਨੂੰ ਬਾਈਕ ਦਿਖੀ ਨਾ ਬੰਦਾ ਦਿਖਿਆ, ਤੇ ਮੈਂ ਆਰਾਮ ਨਾਲ ਉਸ ਜਗ੍ਹਾ ਤੇ ਪੁਰ ਮੈਨੂੰ ਵਾਹਿਗੁਰੂ, ਮੈਂ ਜਦੋਂ ਘਰ ਪਹੁੰਚਿਆ ਸਾਰੀ ਰਾਤ ਮੈਂ ਬੈਠ ਕੇ ਸਿਮਰਨ ਕੀਤਾ ਗੁਰੂ ਪਾਤਸ਼ਾਹ ਜੀ ਦਾ। ਮੈਂ ਗੁਰੂ ਪਾਤਸ਼ਾਹ ਜੀ, ਇਹ ਗੱਲ ਮੈਨੂੰ ਹੁਣ ਤੱਕ ਮੇਰੇ ਕੰਨਾਂ 'ਚ, ਜਿਹੜੀ ਮੈਂ ਨਾ ਕਈ ਵਾਰੀ ਅਸੀਂ ਬੜਾ ਅਨਕੌਂਸ਼ੀਅਸ ਮਾਈਂਡ ਜਿਹੜੇ ਹੁੰਦਾ ਨਾ, ਸੁੱਤੇ ਵੀ ਨਹੀਂ ਸੌਂਦੇ ਅਸੀਂ, ਕਈ ਵਾਰੀ ਏਦਾਂ ਹੁੰਦਾ ਸਾਡੇ ਨਾਲ। ਤੇ ਮੈਂ ਇਹੀ ਸੋਚਿਆ, ਮੈਂ ਕਿਹਾ ਗੁਰੂ ਪਾਤਸ਼ਾਹ ਕੀ ਬੋਲ ਕੇ ਚਲਾ ਗਿਆ, ਉਹ ਕੀ ਬੋਲ ਕੇ ਚਲਾ ਗਿਆ। ਨਾ ਮੇਰੇ ਕੋਲ ਫੋਨ ਸੀਗਾ, ਮੈਂ ਸ਼ਬਦ ਲੱਭ ਪਾਉਂਦਾ, ਤੇ ਮੈਂ ਹੁਣ ਕਿਸੇ ਨੂੰ ਫੋਨ ਕਰਾਂ ਮੈਨੂੰ ਸ਼ਬਦ ਵੀ, ਮੈਂ ਫਿਰ ਮੈਂ ਸਿੰਘ ਨੂੰ ਫੋਨ ਕੀਤਾ ਤੇ ਮੈਂ ਕਿਹਾ ਯਾਰ ਅਰਥ ਸਮਝਾ ਮੈਨੂੰ ਕੀ ਆ। ਕਹਿੰਦੇ ਬਸ ਕਹਿੰਦੇ ਸਾਫ ਚ ਅਰਥ ਹੈਗਾ ਇਹਦਾ, ਜਿਹਦੀ ਚੀਜ਼ ਸੀ ਉਹ ਲੈ ਗਿਆ। ਤੇ ਵਾਹਿਗੁਰੂ ਮੈਂ ਆਪ ਜੀ ਨੂੰ ਦੱਸ ਰਿਹਾ ਕਿ ਦੇਖੋ ਗੁਰੂ ਪਾਤਸ਼ਾਹ ਜੀ ਨੇ ਮੈਨੂੰ ਉੱਥੋਂ ਕਿੱਦਾਂ, ਮੈਂ ਕੀ ਸੋਚਿਆ ਸੀ 2 ਦਿਨ ਪਹਿਲਾਂ, ਮੈਂ ਹੈਂਡੀਕੈਪਟ ਹੋ ਰਿਹਾ, ਮੈਂ ਇਸ ਚੀਜ਼ ਨਾਲ ਇੰਨਾ ਜੁੜ ਰਿਹਾ ਕਿ ਮੈਨੂੰ ਆਪਦਾ, ਮੈਂ ਇਸ ਤੇ ਕਿਤੇ ਡਿਪੈਂਡ ਹੀ ਨਾ ਜਾਵਾਂ। ਜਦ ਇਹ ਇੱਕ ਆਕਸੀਜਨ ਹੁੰਦੀ ਨਾ, ਜਦ ਤੱਕ ਆਕਸੀਜਨ ਮਿਲੇਗੀ ਤਬ ਕਰੂਗਾ ਬੰਦਾ, ਜੀਵ ਨਹੀਂ ਤਾਂ ਮਰ ਜਾਏਗਾ। ਮੈਨੂੰ ਇਹ ਅੰਦਰ ਤੋਂ ਡਰ ਪੈਦਾ ਹੋਈ ਜਾ ਰਿਹਾ ਸੀਗਾ, ਪਰ ਗੁਰੂ ਪਾਤਸ਼ਾਹ ਨੇ ਮੇਰੇ ਤੋਂ ਚੀਜ਼ ਹੀ ਛਿਨ ਲਈ, ਕਿ ਕਿਤੇ ਤੂੰ ਇੰਨਾ ਜੋਗਾ ਨਾ ਰਹਿ ਜੇ। ਤੇ ਫਿਰ ਉੱਥੋਂ ਫਸਾਇਆ ਵੀ ਆਪ ਵੀ, ਹੁਣ ਮੈਂ ਗੱਲ ਤਾਂ ਦੱਸੀ ਹੈ, ਫਸਾਇਆ ਵੀ ਆਪ ਵੀ, ਲਿਆ ਵੀ ਆਪ ਵੀ, ਤੇ ਕੱਢਿਆ ਵੀ ਆਪ ਵੀ। ਕੌਣ ਉੱਥੇ ਪੱਟਰੀਆਂ ਤੇ ਬਾਈਕ ਲੈ ਕੇ ਕੌਣ ਆਉਂਦਾ ਦੱਸੋ ਵਾਹਿਗੁਰੂ? ਤੁਸੀਂ ਜਸਟ ਇਮੈਜਿਨ ਕਿ ਪ੍ਰੈਕਟੀਕਲ ਜਦੋਂ ਸੋਚੋਗੇ, ਇੱਕ ਪੱਟਰੀਆਂ ਤੇ ਖੜਾ ਹੋਇਆ ਬੰਦਾ, ਛੋਟੀ ਪਤਲੀ ਜੀ ਰੋਡ ਜਾ ਰਹੀ, ਜਿੱਥੇ ਚੱਲਣ ਜੋਗੀ ਬਾਈਕ ਵੀ ਨਹੀਂ, ਬੰਦਾ ਪੈਦਲ ਚੱਲ 100 ਵਾਰੀ ਸੋਚੇ, ਉੱਥੇ ਬੰਦਾ ਬਾਈਕ ਲੈ ਕੇ ਆ ਕੇ ਕਹਿੰਦਾ ਕਿ ਹਾਂਜੀ ਭਾਜੀ ਕੀ ਹੋ ਗਿਆ। ਤੇ ਉੱਥੇ ਗੁਰੂ ਪਾਤਸ਼ਾਹ ਜੀ ਆਏ ਫਿਰ ਮੈਨੂੰ ਛਡਾਉਣ ਨਿਕਾਲਣ ਵਾਸਤੇ। ਮੈਂ ਵਾਹਿਗੁਰੂ, ਮੈਂ ਇੰਨੇ ਐਗਜ਼ਾਮਪਲ ਹੈਗੇ ਆ, ਸਮਾਂ ਮੈਨੂੰ ਇਜਾਜ਼ਤ ਨਹੀਂ ਦਿੰਦਾ ਇੰਨਾ ਬੋਲਣ ਦਾ, ਮੈਂ ਮਤਲਬ ਕਿ ਸੱਚੀ ਦੱਸ ਰਿਹਾ। ਮੈਂ ਇੱਕ ਗੱਲ ਮੇਰੇ ਨਾਲ ਤੇ ਇੰਨੇ ਪ੍ਰੈਕਟੀਕਲ ਹੋਇਆ ਨਾ, ਸੰਗਤ ਨੂੰ ਮੈਂ ਕਈ ਵਾਰੀ ਸੰਗਤ ਦੇ ਵਿੱਚ ਵੀ ਦੱਸਿਆ, ਇਹ ਤਾਂ ਜਸਟ ਬਹੁਤ ਛੋਟਾ ਜਿਹਾ ਪ੍ਰੈਕਟੀਕਲ ਆ ਕਿ ਮੈਂ ਤੁਹਾਨੂੰ ਦੱਸ ਰਿਹਾ ਕਿ ਅਸੀਂ ਕਿੱਥੇ ਇੱਕ ਚੀਜ਼ ਨੂੰ ਜਦੋਂ ਅਸੀਂ ਜੁੜਦੇ ਆ ਨਾ, ਸਾਨੂੰ ਉਸ ਚੀਜ਼ ਦਾ ਵਿਚਾਰ ਜ਼ਰੂਰ ਕਰਨੀ ਚਾਹੀਦੀ ਆ। ਕਿ ਜਿੱਦਾਂ ਹੁਣ ਮੇਰੇ ਅੰਦਰ ਇਹ ਚੀਜ਼ ਆਈ ਕਿ ਯਾਰ ਸੱਚੀ ਕਈ ਵਾਰੀ ਮੈਂ ਸੋਚਦਾ ਹੁੰਦਾ, ਅੱਜ ਵੀ ਮੈਨੂੰ ਇਸ ਚੀਜ਼ ਦਾ ਯਾਦ ਹੈ ਕਿ ਮੈਂ ਬੜਾ ਖੁਸ਼ ਸੀਗਾ ਉਦੋਂ ਜਦੋਂ ਮੈਨੂੰ ਚੀਜ਼ ਲੈ ਕੇ ਦਿੱਤੀ ਸੀ, ਮਤਲਬ ਕਿ ਸੰਗਤ ਮੈਂ ਪੜਾਈ ਸੀ, ਮੈਂ ਬੜਾ ਖੁਸ਼ ਸੀਗਾ। ਮੈਂ ਕਿਹਾ ਵਾਹ ਕਮਾਲ, ਪਹਿਲੀ ਚੀਜ਼ ਚਾਹ ਹੁੰਦਾ ਨਾ ਬੱਚਿਆਂ ਵਾਲਾ, ਖਿਡੌਣਾ ਮਿਲ ਗਿਆ ਸੀ, ਕਿਤੇ ਪਿਓ ਨੂੰ ਨਾ ਭੁੱਲ ਜਾਏ। ਮੈਂ ਗੱਲ ਆਪ ਜੀ ਨੂੰ ਦੱਸਾਂ ਵਾਹਿਗੁਰੂ, ਮੈਂ ਸੰਗਤ ਕਰਕੇ ਵੀ ਸੰਗਤ ਨਹੀਂ ਕਰਦਾ ਪਿਆ ਸੀਗਾ। ਹੁਣ ਮੈਂ ਇਸ ਤੱਤ ਤੇ ਆਉਣਾ ਚਾਹੁੰਦਾ ਤੁਹਾਡੇ ਨਾਲ, ਗੁਰੂ ਪਾਤਸ਼ਾਹ ਜੀ ਅੱਗੇ ਅਰਦਾਸ ਬੇਨਤੀ ਕਰਿਆ ਕਰੋ ਕਿ ਸੰਗਤ ਵਿੱਚ ਜਾ ਕੇ ਸਾਡੀ ਸੰਗਤ ਹੋ ਜਾਏ। ਬਹੁਤ ਵੱਡੀ ਗੱਲ ਆ। ਕਹਿਣ ਨੂੰ ਮੈਂ ਉਹ ਆਈਪੋਡ ਨਾਲ ਸੰਗਤ ਕਰਦਾ ਪਿਆ ਸੀਗਾ, ਪਰ ਮੇਰੀ ਸੰਗਤ ਨਹੀਂ ਹੋ ਰਹੀ ਸੀ। ਮੈਂ ਇੱਕ ਵਸਤੂ ਨਾਲ ਜੁੜਦਾ ਪਿਆ ਸੀ, ਜਿਹੜੀ ਮੈਨੂੰ ਕਦੀ ਵੀ ਛੱਡ ਕੇ ਚੱਲ ਜਾਂਦੀ ਤੇ ਮੈਂ ਸ਼ਾਇਦ ਉਹ ਫਿਰ ਮੈਨੂੰ ਆਦਤ ਹੀ ਪੈ ਜਾਣੀ ਸੀ ਉਹ ਚੀਜ਼ਾਂ ਦੀ। ਤੇ ਮੇਰੀ ਸੰਗਤ ਹੀ ਮੈਨੂੰ ਲੋਕਾਂ ਦੇ ਭਾਣੇ ਬੜਾ ਕੰਨ 'ਚ ਹੈਡਫੋਨ ਲਾ ਕੇ ਕੀਰਤਨ ਸੁਣਦਾ ਪਿਆ, ਨਹੀਂ ਠੀਕ ਆ ਉਹ ਸਮਾਂ ਤੇਰਾ, ਠੀਕ ਆ ਤੂੰ ਚੰਗੇ ਪਾਸੇ ਲਾ ਰਿਹਾ, ਪਰ ਮੈਨੂੰ ਇਹ ਫੀਲ ਹੋ ਰਿਹਾ ਸੀਗਾ ਕਿ ਮੈਨੂੰ ਗੁਰੂ ਪਾਤਸ਼ਾਹ ਜੀ ਨੇ ਉਸ ਚੀਜ਼ ਚੋਂ ਕੱਢ ਲਿਆ, ਉਸ ਮੋਹ ਦੇ ਵਿੱਚੋਂ ਕੱਢ ਲਿਆ। ਮਾਇਆ ਹੈ ਨਾ, ਕਿਸੇ ਰੂਪ 'ਚ ਵੀ ਆ ਸਕਦੀ ਆ,
ਜਿਹੜੀ ਥੋੜਾ ਮਾਇਆ, ਤੁਹਾਨੂੰ ਇਹ ਤੇ ਗੱਲ ਮੈਨੂੰ ਕਹਿਣੀ ਵੀ ਨਹੀਂ ਚਾਹੀਦੀ ਤੁਹਾਡੇ ਸਾਰਿਆਂ ਅੱਗੇ, ਕਿਉਂਕਿ ਤੁਸੀਂ ਮੇਰੇ ਤੋਂ ਬਹੁਤ ਬਹੁਤ ਵੱਡੇ ਹੋ, ਕਿ ਕਿਸੇ ਚੀਜ਼ ਦੇ ਰੂਪ ਚ ਵੀ ਆ ਕੇ ਮਾਇਆ ਤੁਹਾਨੂੰ ਆਪਣੇ ਗੱਲ ਨਾਲ ਜੱਫੀ ਪਾ ਕੇ ਹੀ ਮਾਰ ਸਕਦੀ ਤੁਹਾਨੂੰ ਤਾਂ। ਤੇ ਉਹ ਚੀਜ਼ ਮੈਂ ਦੱਸ ਰਿਹਾ ਕਿ ਸਾਡੀ ਸੰਗਤ ਵਿੱਚ ਜਾ ਕੇ ਸੰਗਤ ਨਹੀਂ ਹੋ ਰਹੀ ਸੀ ਉਦੋਂ ਮੇਰੀ। ਮੈਂ ਕਿੰਨਾ ਖੁਸ਼ ਸੀਗਾ ਕਿ ਮੇਰੀ ਸੰਗਤ ਹੋ ਰਹੀ ਹੈ, ਪਰ ਨਹੀਂ, ਸੰਗਤ ਨਹੀਂ ਹੋ ਰਹੀ ਸੀ। ਮੈਂ ਇਹੋ ਜਿਹੇ ਮਾਇਆ ਜਾਲ ਦੇ ਵਿੱਚ ਫਸ ਰਿਹਾ ਸੀਗਾ, ਸ਼ਾਇਦ ਨੂੰ ਉਸ ਇਕਵਿਪਮੈਂਟ ਦੀ ਹਮੇਸ਼ਾ ਲੋੜ ਰਹਿਣੀ ਸੀਗੀ। ਤੇ ਵਾਹਿਗੁਰੂ, ਇਹ ਮੇਰਾ ਛੋਟਾ ਜਿਹਾ ਇੱਕ ਸੀਨ ਸੀਗਾ। ਇਹ ਡਾਕੂਮੈਂਟਸ ਤੇ ਮੈਂ ਇਹ ਗੱਲ ਤਾਂ ਦੱਸੀ ਆ, ਇਹ ਐਗਜ਼ਾਮਪਲ ਮੈਂ ਤਾਂ ਨਾਲ ਜੋੜਿਆ ਤੁਹਾਡੇ, ਕਿਉਂਕਿ ਆਪੇ ਗੁਰੂ ਪਾਤਸ਼ਾਹ ਜੀ ਨੇ ਮੈਨੂੰ ਜਗ੍ਹਾ ਤੋਂ ਕੱਢਿਆ ਆਪਣੀ ਬਾਂਹ ਫੜਾ ਕੇ। ਇਹ ਬੜੀ ਵੱਡੀ ਗੱਲ ਹੈ।